हाँ जी विद्यार्थियों, सारिਆਂ ਨੂੰ सत श्री अकाल ਤੇ स्वागत है अपने इस चैनल में ਤੁਹਾਡਾ ਸਾਰਿਆਂ ਦਾ। देखो जी ਆਪਾਂ ना फस्ट ग्रेड ਤੇ सैकेंड ग्रेड वाले ਜਿਹੜੇ विद्यार्थी ने ਜਿਹੜੇ ਪੰਜਾਬੀ ਦੇ ਵਿੱਚ ਤਿਆਰੀ ਕਰ ਰਹੇ ਨੇ ਉਹਨਾਂ ਵਾਸਤੇ मैं सिलेबस संबंधी वीडियो बना ਦਿੱਤੀ ਸੀ। वो सी अपनी सिलेबस ਤੇ चर्चा। ਹੁਣ उस सिलेबस ਨੂੰ ਕਿਵੇਂ ਸੈੱਟ ਕਰਨਾ है, मतलब ये कई विद्यार्थियों वास्ते दुविधा का विषय होगा क्योंकि विद्यार्थियों के मैसेज कॉल जिमें आते हैं उस हिसाब नाल मैं एनालिसिस करता रहना कि किहड़े विद्यार्थी नूं आपां कि मतलब विद्यार्थियों को किहड़ी चीज़ प्रोवाइड करवानी है जिहदे विच उन्हां दीयां समस्यावां दा निस्तारण हो सके। तो उहदे विचों एक सीगी ਸਾਹਿਤ ਦੀ ਕਾਲ ਵੰਡ, पंजाबी ਸਾਹਿਤ ਦੀ ਕਾਲ ਵੰਡ। ये वीडियो बनाउण दा मेरा मकसद ये है कि जो सिलेबस दे विच टॉपिक्स दिते ने उन्हां नूं आपां कित्थे पढ़ना है। एक तो इस तुहाडी समस्या का निस्तारण होगा, दूसरी की परेशानी तुहाडी दूर होगी कि बहुत सारे कवि जां जिहड़े मान लो रचनाकार ने उन्हां दे आपस दे विच है ना समकाली ने एक दूजे दे, ਉਹਦਾ भी आपां नूं पता लगूगा। नाल नाल अपने माइंड दे विच एक रूपरेखा बन जूगी भी आपां आह टॉपिक पढ़ना है, आह इत्थे पढ़ना है, आह टॉपिक नूं आपां इत्थे पढ़ना है। कावधारा बारे पता लगूगा है ना भी आधुनिक काल दे विच किहड़ियां कावधारा चलदियां सी, मध्य काल दे विच किहड़ियां, आदि काल दे विच किहड़ियां। हालांकि पंजाबी दी ਸਾਹਿਤ काल वंड बहुत सारे मतलब भी भाषा विग्यानी है जिहड़े साडे आलोचक होए है, साडे आलोचक है जिहड़े होए उन्होंने अपने अनुसार कीती है। ठीक है, वधिया गल है। तुसीं मान लो पंजाबी ਸਾਹਿਤ ਦਾ इतिहास ब्रह्म जगदीश सिंह वाली बुक जिहड़ी पढ़दे हो ਉਹਦੇ ਵਿੱਚ ਦੇ ਰੱਖਿਆ ਪਹਿਲਾਂ ਸਾਹਿਤ ਦੀ ਕਾਲ ਵੰਡ। ਉਹਦੇ ਅਨੁਸਾਰ ਆਪਾਂ ਵੇਖ ਸਕਦੇ ਹਾਂ ਕਿ ਆਪਾਂ ਜਿਹੜਾ ਕਿਹੜਾ ਕਵੀ ਜਾਂ ਕਿਹੜਾ ਰਚਨਾਕਾਰ ਹੈ ਜਿਹੜਾ ਆਪਾਂ ਉਹਨੂੰ ਕਿੱਥੇ ਰੱਖਣਾ ਹੈ ਉਹਦੇ ਅਨੁਸਾਰ ਆਪਾਂ ਦੇਖ ਸਕਦੇ ਹਾਂ। ਅੱਛਾ, ਹੁਣ ਮੋਟੇ ਤੌਰ ਦੇ ਵਿੱਚ ਮੈਂ ਵੀ ਬਣਾਈ ਹੈ। ਮੈਂ ਤੁਹਾਨੂੰ ਕਹਿੰਦਾ ਹੁੰਦਾ ਵਾਰੀ-ਵਾਰੀ ਕਿ ਜਿਹੜੀਆਂ ਆਪਣੇ ਸਕੂਲਾਂ ਦੇ ਵਿੱਚ RBSE ਬੋਰਡ ਦੀਆਂ ਕਿਤਾਬਾਂ ਲੱਗਦੀਆਂ 11ਵੀਂ ਤੇ 12ਵੀਂ ਦੀਆਂ, ਖਾਸ ਕਰ 9ਵੀਂ 10ਵੀਂ 11ਵੀਂ 12ਵੀਂ, ਜਿਨ੍ਹਾਂ ਦੇ ਵਿੱਚੋਂ ਖਾਸ ਕਰਕੇ 11ਵੀਂ ਤੇ 12ਵੀਂ ਦੀਆਂ ਕਿਤਾਬਾਂ ਉਹਨਾਂ ਦੇ ਵਿੱਚ ਬਿਲਕੁਲ ਇਸ ਤਰ੍ਹਾਂ ਦੀ ਕਾਲ ਵੰਡ ਦਿੱਤੀ ਹੋਈ ਹੈ। ਮੈਂ ਉਹਨਾਂ ਦੇ ਆਧਾਰ ਤੇ ਕਾਲ ਵੰਡ ਕਰਤੀ ਕਿਉਂਕਿ ਇਹ ਗੱਲਾਂ ਇਹ ਜਿਹੜਾ ਜ਼ਰੂਰੀ ਹੈ। ਹੁਣ ਤੁਹਾਡੇ ਮਾਈਂਡ ਦੇ ਵਿੱਚ ਇੱਕ ਰੂਪਰੇਖਾ ਬਣ ਜਾਊਗੀ। ਬਹੁਤ ਸਾਰੇ ਵਿਦਿਆਰਥੀ ਲੰਮੇ ਅਰਸੇ ਤੋਂ ਤਿਆਰੀ ਕਰੀ ਜਾਂਦੇ ਨੇ, ਉਹਨਾਂ ਵਾਸਤੇ ਕੋਈ ਦਿੱਕਤ ਨਹੀਂ ਹੈ, ਪਰ ਬਹੁਤ ਸਾਰੇ ਵਿਦਿਆਰਥੀ ਫਰੈਸ਼ਰ ਨੇ ਜੋ ਪੰਜਾਬੀ ਦੇ ਵਿੱਚ ਪਹਿਲੀ ਵਾਰ ਤਿਆਰੀ ਕਰ ਰਹੇ ਨੇ, ਉਹਨਾਂ ਵਾਸਤੇ ਜਦੋਂ ਇਹ ਸਾਹਿਤ ਕਾਲ ਵੰਡ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਦਾ ਕੰਮ ਥੋੜ੍ਹਾ ਜਿਹਾ ਸੌਖਾ ਹੋ ਜਾਊਗਾ। ਤੇ ਹੁਣ ਸਾਹਿਤ ਕਾਲ ਵੰਡ ਤੋਂ ਤੁਹਾਨੂੰ ਇਹ ਵੀ ਪਤਾ ਲੱਗੂਗਾ ਕਿ ਆਪਣਾ ਜਿਹੜਾ ਲੰਮਾ ਚੌੜਾ ਸਿਲੇਬਸ ਹੈ, ਇੰਨਾ ਲੈਂਥੀ ਸਿਲੇਬਸ, ਵਿਸਤਾਰ ਨਾਲ ਜਿਹੜਾ ਸਿਲੇਬਸ ਹੈ ਉਹ ਮਤਲਬ ਕੀ ਹੈ ਆਪਣੇ ਸਾਹਮਣੇ, ਮਤਲਬ ਇੱਕ ਸਾਂਚਾ ਬਣ ਕੇ ਉਸ ਦੀ ਰੂਪਰੇਖਾ ਬਣ ਕੇ ਸਾਡੇ ਸਾਹਮਣੇ ਆ ਜਾਊਗਾ। ਦੇਖੋ ਕਿਵੇਂ ਪੰਜਾਬੀ ਸਾਹਿਤ ਦੀ ਕਾਲ ਵੰਡ। ਦੇਖੋ ਜੀ, ਪਹਿਲਾਂ ਮੋਟੇ ਤੌਰ ਤੇ ਕਾਲ ਵੰਡ ਹੈਗੀ 3 ਭਾਗਾਂ ਦੇ ਵਿੱਚ। ਕੋਈ ਵੀ ਸਾਹਿਤਿਆਂ ਨੂੰ 3 ਭਾਗਾਂ ਦੇ ਵਿੱਚ ਵੰਡਿਆ ਜਾਂਦਾ, ਉਹਦੇ ਵਿੱਚ ਪੰਜਾਬੀ ਸਾਹਿਤਿਆਂ ਨੂੰ ਵੀ 3 ਭਾਗਾਂ 'ਚ ਵੰਡਿਆ ਗਿਆ ਹੈ। ਪਹਿਲਾ ਆਦਿ ਕਾਲ, ਦੂਸਰਾ ਮੱਧ ਕਾਲ, ਤੀਸਰਾ ਸਾਡਾ ਆਧੁਨਿਕ ਕਾਲ। ਦੇਖ ਲਓ ਜੀ ਤੁਸੀਂ, ਆਦਿ ਕਾਲ ਆਰੰਭ ਤੋਂ ਲੈ ਕੇ 1500 ਈਸਵੀ ਤੱਕ। ਆਰੰਭ ਮਤਲਬ ਜਦੋਂ ਨਾਥਾਂ ਜੋਗੀਆਂ ਦੀ ਕਵਿਤਾਵਾਂ ਸ਼ੁਰੂ ਹੁੰਦੀਆਂ ਹਨ ਉਹਨੂੰ ਕਿਹਾ ਜਾਂਦਾ ਆਰੰਭ। ਆਦਿ ਕਾਲ ਆਰੰਭ ਤੋਂ ਲੈ ਕੇ 1500 ਈਸਵੀ ਤੱਕ। ਫਿਰ ਆ ਗਿਆ ਮੱਧ ਕਾਲ। ਮੱਧ ਕਾਲ 15ਵੀਂ ਸਦੀ ਤੋਂ 1850 ਈਸਵੀ ਤੱਕ, ਮਤਲਬ 1500 ਤੋਂ ਲੈ ਕੇ 1850 ਈਸਵੀ ਤੱਕ। ਫਿਰ ਆ ਗਿਆ ਜੀ ਸਾਡਾ ਆਧੁਨਿਕ ਕਾਲ 1850 ਤੋਂ ਹੁਣ ਤੱਕ, ਵਰਤਮਾਨ ਤੱਕ। ਇਹ ਹੋ ਗਈਆਂ ਜੀ 3 ਪ੍ਰਕਾਰ ਦੇ ਨਾਲ ਸਾਡੇ ਕਾਲ ਦੀ ਵੰਡ। ਸਭ ਤੋਂ ਪਹਿਲਾਂ ਆਪਾਂ ਜੇ ਦੇਖੀਏ ਵੀ ਆਦਿ ਕਾਲ ਹੈ ਜਿਹੜਾ ਸਾਡਾ ਆਰੰਭ ਤੋਂ ਲੈ ਕੇ 1500 ਈਸਵੀ ਤੱਕ, ਇਹਦੇ ਵਿੱਚ ਆਪਾਂ ਕਿਹੜੇ ਕਿਹੜੇ ਟੌਪਿਕ ਰੱਖਦੇ ਹਾਂ, ਉਦੋਂ ਕਿਹੜੀਆਂ ਕਿਹੜੀਆਂ ਕਾਵਿ-ਧਾਰਾਵਾਂ ਲੱਗਦੀਆਂ ਸੀ, ਇਹ ਦੇਖਦੇ ਹਾਂ ਆਪਾਂ। ਆਦਿ ਕਾਲ ਦੇ ਵਿੱਚ ਆਰੰਭ ਤੋਂ ਲੈ ਕੇ ਜਿਹੜਾ 1500 ਈਸਵੀ ਤੱਕ ਆ, ਉਹਦੇ ਵਿੱਚ ਸਭ ਤੋਂ ਪਹਿਲਾਂ ਪੜ੍ਹਦੇ ਆਪਾਂ ਨਾਥਾਂ ਜੋਗੀਆਂ ਦੀ ਕਵਿਤਾ। ਹੁਣ ਜਿਹੜੇ ਤੁਹਾਡੇ ਵਿੱਚੋਂ ਦੇਖ ਲੈਣਾ ਤੁਸੀਂ ਵੀ ਕਿਹੜੇ ਸਿਲੇਬਸ ਦੇ ਵਿੱਚ ਨਾਥਾਂ ਜੋਗੀਆਂ ਦੀ ਕਵਿਤਾ ਹੈਗੀ ਹੈ। ਵੀ ਸੈਕੰਡ ਗ੍ਰੇਡ ਦੇ ਵਿੱਚ ਤਾਂ ਨਾਥਾਂ ਜੋਗੀਆਂ ਦਾ ਸ਼ਾਇਦ ਹੈ ਨਹੀਂਗਾ, ਫਸਟ ਗ੍ਰੇਡ ਦੇ ਵਿੱਚ ਹੋ ਸਕਦਾ। ਉਹ ਤੁਸੀਂ ਸਿਲੇਬਸ ਦੇ ਅਨੁਸਾਰ ਐਡਜਸਟ ਕਰ ਲਿਓ, ਆਪਣੇ ਅਨੁਸਾਰ ਦੇਖ ਲਿਓ, ਕਿਉਂਕਿ ਸਿਲੇਬਸ ਦੀ ਹਾਰਡ ਕਾਪੀ ਆਪਣੇ ਕੋਲ ਜ਼ਰੂਰ ਰੱਖਿਆ ਕਰੋ। ਇੱਕ ਸਿਲੇਬਸ ਹੀ ਹੈ ਜਿਹੜਾ ਸਾਰੀਆਂ ਗੱਲਾਂ ਦਾ ਆਧਾਰ ਹੁੰਦਾ ਹੈ, ਜਿਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਕਿਹੜੀ ਚੀਜ਼ ਪੜ੍ਹਨੀ ਹੈ, ਕਿਹੜੀ ਛੱਡਣੀ ਹੈ। ਹੁਣ ਆਪਾਂ ਮੰਨ ਲਓ ਕਿ ਮੈਂ ਤੁਹਾਨੂੰ ਬੁੱਕਸ ਰੈਕਮੈਂਡ ਕਰਤੀਆਂ ਕਿ ਵਿਦਿਆਰਥੀਓ ਤੁਸੀਂ ਆਹ ਬੁੱਕਸ ਲੈ ਆਇਓ, ਪਰ ਹੁਣ ਕੀ ਹੈ ਵੀ ਬਹੁਤ ਸਾਰੇ ਵਿਦਿਆਰਥੀ ਕਹਿੰਦੇ ਸਰ ਸਾਨੂੰ ਸਮਝ ਨਹੀਂ ਆਉਂਦੀ ਵੀ ਕੀ ਪੜ੍ਹੀਏ ਤੇ ਕੀ ਛੱਡੀਏ। ਕਾਰਨ ਕੀ ਆ? ਕਿਉਂਕਿ ਸਿਲੇਬਸ ਸਾਹਮਣੇ ਨਹੀਂ ਗਾ। ਜਦੋਂ ਸਿਲੇਬਸ ਸਾਹਮਣੇ ਹੈ
तो उदों बस कोई दिक्कत नहीं। हुण देखो जी नाथां जोगियां दी कविता आपां इत्थे पढ़ांगे। फिर आपां वीर कावधारा दे विच 6 लोक वारां पढ़दे हां। वीर कावधारा ये जिहड़ी हैगी आ वीर कावधारा जां वीर रसी कविता उहनूं कहिंदे आ, जिहदे विच योद्धियां दी बहादरी दे गुण गाए जांदे आ। ਉਹ कविता ਆਪਾਂ ਉਹ ਜਿਹੜੀ ਹੈਗੀ ਆ ਵੀਰ ਕਾਵਧਾਰਾ ਦੇ ਵਿੱਚ ਰੱਖਦੇ ਆ। 6 ਲੋਕ ਵਾਰਾਂ ਆਦਿ ਕਾਲ ਦੇ ਵਿੱਚ ਵੀਰ ਕਾਵਧਾਰਾ ਦੇ ਵਿੱਚ 6 ਲੋਕ ਵਾਰਾਂ ਦੀ ਰਚਨਾ ਕੀਤੀ ਗਈ ਸੀ ਜੋ ਵੀਰ ਕਾਵਧਾਰਾ ਦੇ ਨਾਲ ਸੰਬੰਧਿਤ ਸਨ। ਤਾਂ ਹੁਣ ਉਹ ਜਿਹੜੀਆਂ 6 ਲੋਕ ਵਾਰਾਂ ਉਹਨਾਂ ਦੇ ਆਧਾਰ ਤੇ ਸਾਡੇ ਜਿਹੜੇ ਗੁਰੂ ਸਾਹਿਬਾਨ ਹੋਏ ਆ ਉਹ ਮੱਧਕਾਲ ਦੇ ਵਿੱਚ ਹੋਏ ਆ। ਉਹਨਾਂ ਦੇ ਆਧਾਰ ਤੇ ਸਾਡੇ ਗੁਰੂ ਸਾਹਿਬਾਨਾਂ ਨੇ 6 ਵਾਰਾਂ ਨੂੰ ਇਹਨਾਂ 6 ਲੋਕ ਵਾਰਾਂ ਦੀਆਂ ਧੁਨੀਆਂ ਉੱਪਰ ਗਾਉਣ ਦਾ ਸੰਕੇਤ ਦਿੱਤਾ ਹੈ। ਉਹਦੀ ਵਿਚਾਰ ਚਰਚਾ ਆਪਾਂ ਕਰਾਂਗੇ ਜਦੋਂ ਇੱਥੇ 6 ਲੋਕ ਵਾਰਾਂ ਪੜਾਂਗੇ। ਉਦੋਂ ਆਪਾਂ ਨਾਲ ਗੁਰੂਆਂ ਦੀਆਂ 6 ਵਾਰਾਂ ਦੀਆਂ ਵੀ ਚਰਚਾ ਕਰਾਂਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 22 ਵਾਰਾਂ ਨੇ, ਜਿਹਦੇ ਵਿੱਚੋਂ 21 ਵਾਰਾਂ ਗੁਰੂਆਂ ਦੀਆਂ ਰਚੀਆਂ ਹੋਈਆਂ ਤੇ ਇੱਕ ਵਾਰ ਜਿਹੜੀ ਸੱਤੇ ਬਲਵੰਡ ਦੀ ਰਚੀ ਹੋਈ। ਉਹਦੇ ਬਾਰੇ ਆਪਾਂ ਚਰਚਾ ਕਰਾਂਗੇ ਮੱਧਕਾਲ ਦੇ ਵਿੱਚ ਜਦੋਂ ਆਪਾਂ ਪੜਾਂਗੇ ਸਾਰੇ ਟੌਪਿਕਸ। ਸਾਡੀ ਐਪ ਦੇ ਬਾਰੇ ਤੁਹਾਨੂੰ ਪਤਾ ਹੀ ਹੈ, ਐਪ ਦੇ ਵਿੱਚ ਆਪਾਂ ਸਾਰੀਆਂ ਇਹ ਗੱਲਾਂ ਖੋਲਾਂਗੇ। ਸੂਫੀ ਕਾਵਧਾਰਾ ਫਿਰ ਅੱਗੇ ਦੇਖੋ। ਹੁਣ ਆਦਿ ਕਾਲ ਦੇ ਵਿੱਚ ਇੱਕ ਆਪਾਂ ਨਾਥਾਂ ਜੋਗੀਆਂ ਦੀ ਕਵਿਤਾ ਪੜ੍ਹਦੇ ਹਾਂ, ਇੱਕ ਵੀਰ ਕਾਵਧਾਰਾ, ਇੱਕ ਸੂਫੀ ਕਾਵਧਾਰਾ। ਸੂਫੀ ਕਾਵਧਾਰਾ ਦੇ ਵਿੱਚ ਆਪਾਂ ਆਦਿ ਕਾਲ ਦੇ ਵਿੱਚ ਇੱਕ ਮਾਤਰ ਕਵੀ ਪੜ੍ਹਦੇ ਹਾਂ, ਬਾਬਾ ਸ਼ੇਖ ਫਰੀਦ। 1173 ਦੇ ਵਿੱਚ ਜਨਮ ਅਤੇ 1266 ਦੇ ਵਿੱਚ ਬਾਬੇ ਸ਼ੇਖ ਫਰੀਦ ਜੀ ਦੀ ਮ੍ਰਿਤੂ ਹੁੰਦੀ ਹੈ। ਆਪਾਂ ਇਹ ਪੜਾਂਗੇ ਸ਼ੇਖ ਫਰੀਦ ਸੂਫੀ ਕਾਵਧਾਰਾ ਦੇ ਵਿੱਚ ਆਦਿ ਕਾਲ ਦੇ ਵਿੱਚ। ਉਸ ਤੋਂ ਬਾਅਦ ਆਦਿ ਕਾਲ ਦੇ ਵਿੱਚ ਲੋਕ ਸਾਹਿਤ ਰਚਿਆ ਜਾਂਦਾ ਹੈ। ਇੱਕ ਲੋਕ ਸਾਹਿਤ ਉਹ ਸਾਹਿਤ ਨੂੰ ਕਹਿੰਦੇ ਆ ਜਿਹਦਾ ਰਚਨਹਾਰਾ ਕੋਈ ਸਪੈਸ਼ਲ ਬੰਦਾ ਨਹੀਂ ਹੁੰਦਾ। ਮਤਲਬ ਇਸ ਤਰ੍ਹਾਂ ਦਾ ਸਾਹਿਤ ਆ ਜਿਹਦਾ ਮਤਲਬ ਕਹਿ ਦਈਏ ਆਪਾਂ ਵੀ ਇਹ ਸਾਹਿਤ ਆ ਕਿਸੇ ਖਾਸ ਬੰਦੇ ਨੇ ਨਹੀਂ ਰਚਿਆ। ਹੁਣ ਜਿਵੇਂ ਮੰਨ ਲਓ ਵੀ ਆਪਾਂ ਬਾਬੇ ਫਰੀਦ ਦਾ ਸ਼ਲੋਕ ਜਦੋਂ ਆਪਾਂ ਪੜਾਂਗੇ ਤੇ ਆਪਾਂ ਨੂੰ ਪਤਾ ਲੱਗੂਗਾ ਕਿ ਇਹ ਸ਼ਲੋਕ ਤਾਂ ਬਾਬੇ ਫਰੀਦ ਦੀ ਰਚਨਾ ਹੈ। ਪਰ ਬਹੁਤ ਸਾਰੇ ਲੋਕ ਗੀਤ ਜਾਂ ਬੁਝਾਰਤਾਂ ਜਾਂ ਅਖਾਣ ਮੁਹਾਵਰੇ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਇਹਨਾਂ ਦੀ ਰਚਨਾ ਕੀਤੀ ਕਿਹਨੇ ਹੈ। ਇਹਨਾਂ ਨੂੰ ਕਿਹਾ ਜਾਂਦਾ ਹੈ ਲੋਕ ਸਾਹਿਤ। ਪਰ ਲੋਕਾਂ ਨੇ ਉਸ ਨੂੰ ਪ੍ਰਵਾਨ ਕਰ ਲਿਆ। ਬਸ ਲੋਕ ਪ੍ਰਵਾਨਗੀ ਹੋ ਗਈ ਜਦੋਂ, ਤੇ ਉਹਦੇ ਆਧਾਰ ਤੇ ਉਸ ਨੂੰ ਸਾਹਿਤ ਵਿੱਚ ਰੱਖਿਆ ਗਿਆ। ਉਹਦੇ ਵਿੱਚ ਆਪਾਂ ਲੋਕ ਗੀਤਾਂ ਬਾਰੇ ਚਰਚਾ ਕਰਾਂਗੇ, ਬੁਝਾਰਤਾਂ, ਅਖਾਣ ਅਤੇ ਮੁਹਾਵਰੇ। ਦੇਖੋ ਜੀ ਆਦਿ ਕਾਲ ਦੇ ਵਿੱਚ ਪੰਜਾਬੀ ਸਾਹਿਤ ਦੇ ਵਿੱਚ ਇੰਨਾ ਹੀ ਪੋਰਸ਼ਨ ਹੈ ਪੜ੍ਹਨ ਨੂੰ। ਆਦਿ ਕਾਲ ਬਸ ਇੰਨੇ 'ਚ ਖਤਮ ਹੋ ਜਾਂਦਾ। ਨਾਥਾਂ ਜੋਗੀਆਂ ਦੀ ਕਵਿਤਾ, ਵੀਰ ਕਾਵਧਾਰਾ ਦੇ ਵਿੱਚ 6 ਲੋਕ ਵਾਰਾਂ ਦਾ ਜ਼ਿਕਰ ਕਰਨਾ ਆਪਾਂ। ਉਸ ਤੋਂ ਬਾਅਦ ਸੂਫੀ ਕਾਵਧਾਰਾ, ਉਹਦੇ ਵਿੱਚ ਆਪਾਂ ਇੱਕ ਮਾਤਰ ਕਵੀ ਸਾਡਾ ਬਾਬਾ ਸ਼ੇਖ ਫਰੀਦ ਪੜ੍ਹਨਾ 1173 ਤੋਂ 1266। ਲੋਕ ਸਾਹਿਤ ਫਿਰ ਪੜ੍ਹਾਂਗੇ ਆਪਾਂ, ਲੋਕ ਗੀਤ, ਬੁਝਾਰਤਾਂ, ਅਖਾਣ ਅਤੇ ਮੁਹਾਵਰੇ। ਇਹਨਾਂ ਦੀ ਚਰਚਾ ਹੋ ਜੂਗੀ ਲੋਕ ਸਾਹਿਤ ਦੇ ਵਿੱਚ। ਇਹ ਸਾਡਾ ਆਦਿ ਕਾਲ ਆਰੰਭ ਤੋਂ ਲੈ ਕੇ 1500 ਈਸਵੀ ਤੱਕ ਆ। ਹੁਣ ਆਪਾਂ 1500 ਈਸਵੀ ਤੇ ਆ ਗਏ। ਚਲੋ ਜੀ ਆਪਾਂ 1500 ਈਸਵੀ ਤੇ ਚੱਲਦੇ ਹਾਂ ਜੀ। ਬਿਲਕੁਲ ਹਾਂਜੀ। ਹੁਣ ਮੈਂ ਤੁਹਾਨੂੰ ਜਿਵੇਂ ਦੱਸਿਆ ਸੀ ਮੱਧਕਾਲ ਉੱਪਰ ਫਿਰ ਦੇਖਦੇ ਹਾਂ ਵੀ ਪੰਜਾਬੀ ਸਾਹਿਤ ਦੀ ਮੈਂ 3 ਪ੍ਰਕਾਰ ਨਾਲ ਕਾਲ ਵੰਡ ਕੀਤੀ ਸੀ, ਇੱਕ ਆਦਿ ਕਾਲ, ਇੱਕ ਮੱਧਕਾਲ, ਇੱਕ ਆਧੁਨਿਕ ਕਾਲ। ਹੁਣ ਆਪਾਂ ਚੱਲਦੇ ਹਾਂ ਮੱਧਕਾਲ ਤੇ। ਆਦਿ ਕਾਲ ਬਾਰੇ ਗੱਲ ਹੋ ਗਈ, ਗੱਲ ਕਲੀਅਰ ਹੋ ਗਈ। ਆਦਿ ਕਾਲ ਦੇ ਵਿੱਚ ਜਿਹੜੀਆਂ ਮੁੱਖ ਕਾਵਧਾਰਾਵਾਂ ਜਿਵੇਂ ਵੀਰ ਕਾਵਧਾਰਾ, ਸੂਫੀ ਕਾਵਧਾਰਾ, ਇਹ ਆਦਿ ਕਾਲ ਦੇ ਵਿੱਚ ਸ਼ੁਰੂ ਹੋ ਗਈਆਂ। ਇਹ ਕਾਵਧਾਰਾਵਾਂ ਅੱਗੇ ਵੀ ਆਉਣਗੀਆਂ। ਦੇਖੋ ਕਿਵੇਂ, ਇਹ ਵੀ ਥੋੜ੍ਹਾ ਜਿਹਾ ਆਪਾਂ ਨੂੰ ਪਤਾ ਲੱਗ ਜੂਗਾ ਵੀ ਕਿਹੜੀ ਕਾਵਧਾਰਾ ਜਾਂ ਕਿਹੜਾ ਸਾਹਿਤ, ਕਿਹੜੀ ਕਾਵਧਾਰਾ ਦੇ ਨਾਲ ਸੰਬੰਧਿਤ ਸਾਹਿਤ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਜਾ ਕੇ ਉਹ ਸਾਹਿਤ ਹੈ ਜਿਹੜਾ ਮਤਲਬ ਆਪਣਾ ਸਾਹਿਤ ਰਚਣੋਂ ਘਟ ਗਿਆ। ਉਹ ਸਾਹਿਤ ਮਤਲਬ ਘੱਟ ਰਚਿਆ ਗਿਆ ਜਾਂ ਕਿੱਥੇ ਜਾ ਕੇ ਉਹ ਸਾਹਿਤ ਖਤਮ ਹੋ ਗਿਆ। ਉਹ ਜਿਹੜੀ ਕਾਵਧਾਰਾ ਜਿਹੜੀ ਉਹ ਖਤਮ ਹੋ ਗਈ ਕਿੱਥੇ ਜਾ ਕੇ, ਜਾਂ ਮੱਠੀ ਪੈ ਗਈ ਕਿੱਥੇ, ਉਹ ਇੱਕਦਮ ਤੇਜ਼ ਸੀ। ਇਹ ਸਾਰੀਆਂ ਗੱਲਾਂ ਆਪਾਂ ਨੂੰ ਜਦੋਂ ਆਪਾਂ ਸਾਹਿਤ ਦੀ ਵੰਡ ਕਰਦੇ ਹਾਂ ਉਦੋਂ ਪਤਾ ਲੱਗਦੀਆਂ। ਅੱਛਾ ਹੁਣ ਦੇਖੋ ਜੀ ਮੱਧਕਾਲ 15ਵੀਂ ਸਦੀ ਤੋਂ 1850 ਈਸਵੀ ਤੱਕ ਦੀ ਗੱਲ ਕਰਾਂਗੇ ਆਪਾਂ। ਇਹ ਸਾਡਾ ਸਾਰਾ ਜਿਹੜਾ ਪੋਰਸ਼ਨ ਹੈ ਇਹ ਮੱਧਕਾਲ ਦੇ ਵਿੱਚ ਆਉਂਦਾ ਹੈ, ਕਿਉਂਕਿ 1850 ਦਾ ਇਹ ਤਾਂ ਕੀਤਾ ਜਾਂਦਾ ਵੀ ਉਦੋਂ ਪੰਜਾਬ 'ਤੇ ਜਿਹੜਾ ਉਹ ਅੰਗਰੇਜ਼ਾਂ ਦਾ ਰਾਜ ਹੋ ਜਾਂਦਾ। ਉਦੋਂ 1850 ਈਸਵੀ ਤੱਕ ਫਿਰ ਅੰਗਰੇਜ਼ ਜਦੋਂ ਆਏ ਆਪਣੇ ਨਾਲ ਆਧੁਨਿਕਤਾ ਲੈ ਕੇ ਆਏ। ਉਹਨਾਂ ਨੇ ਫਿਰ ਆਪਾਂ ਨੂੰ ਨਵੇਂ ਜਿਹੜੇ ਕਿੰਨੇ ਵਿਧਾ, ਕਿੰਨੇ ਰੂਪ ਬਖਸ਼ੇ ਉਹਨਾਂ ਨੇ ਸਾਹਿਤਿਆ ਦੇ, ਉਹ ਵੀ ਆਪਾਂ ਗੱਲ ਕਰਾਂਗੇ। ਸਾਹਿਤਿਆ ਮਤਲਬ ਸਾਹਿਤ। ਹਾਂਜੀ ਮੱਧਕਾਲ 15ਵੀਂ ਸਦੀ ਤੋਂ 1850 ਈਸਵੀ ਤੱਕ। ਦੇਖੋ ਇਹ ਮੱਧਕਾਲ ਹੈ ਜਿਹੜਾ ਅੱਗੇ 4 ਹਿੱਸਿਆਂ 'ਚ ਵੰਡਿਆ ਗਿਆ ਹੈ। ਇਸ ਨੂੰ
ਮੱਧਕਾਲ ਦਾ ਸਮਾਂ 15ਵੀਂ ਸਦੀ ਤੋਂ 1850 ਈਸਵੀ ਤੱਕ ਹੈ, ਜਿਸ ਨੂੰ 4 ਹਿੱਸਿਆਂ 'ਚ ਵੰਡਿਆ ਗਿਆ ਹੈ। ਪਹਿਲੇ ਦਾ ਨਾਮ ਹੈ ਨਾਨਕ ਕਾਲ ਜਾਂ ਪੂਰਵ ਮੱਧਕਾਲ। ਪਹਿਲੇ ਦਾ ਨਾਮ ਨਾਨਕ ਕਾਲ ਜਾਂ ਪੂਰਵ ਮੱਧਕਾਲ। ਹੁਣ ਨਾਨਕ ਕਾਲ ਦਾ ਮਤਲਬ ਹੈ ਕਿ ਜਿਹੜੀ ਮਤਲਬ ਸਾਡੀ ਗੁਰਮਤ ਕਾਵਧਾਰਾ ਹੈ ਜਿੰਨੀ ਵੀ, ਉਹ ਸਾਰੀ ਨਾਨਕ ਕਾਲ ਦੇ ਵਿੱਚ ਪੜ੍ਹਨੀ ਹੈ ਆਪਾਂ। ਪੂਰਵ ਮੱਧਕਾਲ ਦੇ ਵਿੱਚ 1500 ਤੋਂ ਲੈ ਕੇ 1700 ਈਸਵੀ ਤੱਕ, ਉਹਦੇ ਵਿੱਚ ਹੀ ਸਾਡੇ ਜਿਹੜੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਿਹੜਾ ਆਪਾਂ ਸਾਹਿਤ ਪੜ੍ਹਨਾ ਹੈ ਗੁਰਮਤ ਕਾਵਧਾਰਾ ਦੇ ਨਾਲ ਸੰਬੰਧਿਤ, ਉਹ ਸਾਡਾ ਇਸ ਕਾਲ ਦੇ ਵਿੱਚ ਆਵੇਗਾ, ਨਾਨਕ ਕਾਲ ਜਾਂ ਪੂਰਵ ਮੱਧਕਾਲ। ਉਸ ਤੋਂ ਬਾਅਦ ਇੱਕ ਹੋ ਗਿਆ ਜੀ ਉੱਤਰ ਨਾਨਕ ਕਾਲ। ਉੱਤਰ ਮਤਲਬ ਬਾਅਦ, ਗੁਰੂ ਨਾਨਕ ਦੇਵ ਜੀ ਤੋਂ ਬਾਅਦ ਵਾਲਾ ਕਾਲ 1701 ਤੋਂ 1800 ਈਸਵੀ ਤੱਕ ਪੜ੍ਹਾਂਗੇ। ਫਿਰ ਆਪਾਂ ਨੂੰ ਪਤਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਹੈ, ਸਿੱਖ ਰਾਜ ਕਾਲ ਆ ਜਾਂਦਾ ਹੈ 1801 ਤੋਂ 1850। ਉਹਦੇ ਵਿੱਚ ਚਰਚਾ ਕਰਾਂਗੇ ਵੀ ਸਿੱਖ ਰਾਜ ਕਾਲ ਦੇ ਵਿੱਚ ਸਾਡਾ ਪੰਜਾਬੀ ਸਾਹਿਤ ਕੀ ਪ੍ਰਗਤੀ, ਕੀ ਤਰੱਕੀ ਕਰ ਰਿਹਾ ਸੀ। ਉਸ ਤੋਂ ਬਾਅਦ ਆ ਜਾਂਦਾ ਜੀ ਪਰਿਵਰਤਨ ਕਾਲ 1850 ਤੋਂ 1900 ਈਸਵੀ ਤੱਕ। ਅੱਛਾ, ਇੱਥੋਂ ਤੱਕ ਹੀ ਹੁੰਦਾ ਹੈ। ਵੈਸੇ ਤਾਂ ਆਪਾਂ ਨੂੰ ਪਤਾ ਹੈ ਵੀ ਮੱਧਕਾਲ ਹੈ ਜਿਹੜਾ ਉਹ 15ਵੀਂ ਸਦੀ ਤੋਂ 1850 ਈਸਵੀ ਤੱਕ ਹੈ, ਪਰ ਜਿਹੜਾ ਪਰਿਵਰਤਨ ਕਾਲ ਹੈ 1850 ਤੋਂ 1900 ਈਸਵੀ ਤੱਕ, ਇਹਦੇ ਵਿੱਚ ਪੰਜਾਬੀ ਸਾਹਿਤ ਦੇ ਪਰਿਵਰਤਨ ਹੁੰਦੇ ਹਨ ਤੇ ਪੰਜਾਬੀ ਸਾਹਿਤ ਜਿਹੜੀਆਂ ਪੁਰਾਣੀਆਂ ਪ੍ਰਵਰਤੀਆਂ ਨੂੰ ਛੱਡ ਕੇ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰਦਾ ਹੈ। ਇਸ ਕਰਕੇ ਇਸ ਨੂੰ ਪਰਿਵਰਤਨ ਕਾਲ ਕਿਹਾ ਜਾਂਦਾ ਹੈ, ਕਿਉਂਕਿ ਪਰਿਵਰਤਨ ਸਾਹਿਤ ਦੇ ਵਿੱਚ ਪਰਿਵਰਤਨ ਇੱਕ ਦਿਨ ਦੇ ਵਿੱਚ ਨਹੀਂ ਹੋ ਜਾਂਦਾ, ਉਹਦੇ ਵਾਸਤੇ ਸਦੀਆਂ ਲੱਗ ਜਾਂਦੀਆਂ ਨੇ। ਤੇ ਪਰ ਉਹ ਮਤਲਬ ਕਹਿ ਸਕਦੇ ਹਾਂ ਪਰਿਵਰਤਨ ਕਾਲ ਦੀ ਪੀਕ ਜਿਹੜੀ ਚੋਟੀ ਹੈ ਉਹ ਹੈਗਾ ਆਪਣੀ 1850 ਤੋਂ 1900 ਈਸਵੀ ਤੱਕ। ਅੰਗਰੇਜ਼ਾਂ ਦੇ ਆਗਮਨ ਦੇ ਨਾਲ, ਅੰਗਰੇਜ਼ ਆਪਣੇ ਨਾਲ ਪ੍ਰਿੰਟਿੰਗ ਪ੍ਰੈਸ ਲੈ ਕੇ ਆਉਂਦੇ ਆ, ਨਾਵਲ, ਨਾਟਕ, ਨਿੱਕੀ ਕਹਾਣੀ, ਇਹ ਸਾਰੀ ਸਾਨੂੰ ਅੰਗਰੇਜ਼ਾਂ ਦੀ ਦੇਣ ਹੈ। ਇਸ ਕਰਕੇ ਜਿਹੜਾ ਆਧੁਨਿਕ ਜਿਹੜਾ ਸਾਹਿਤ ਆ ਸਾਰਾ ਉਹ ਸਾਨੂੰ ਅੰਗਰੇਜ਼ਾਂ ਦੀ ਦੇਣ। ਸੋ ਉਹ ਜਿਹੜਾ ਆਧੁਨਿਕ ਸਾਹਿਤ ਅੰਗਰੇਜ਼ਾਂ ਦਾ, ਉਹਦਾ ਸਾਡੇ ਪੰਜਾਬੀ ਸਾਹਿਤ 'ਤੇ ਕੀ ਪ੍ਰਭਾਵ ਪੈਂਦਾ, ਪੰਜਾਬੀ ਸਾਹਿਤ ਦੇ ਵਿੱਚ ਆਧੁਨਿਕਤਾ ਕਿਵੇਂ ਆਉਂਦੀ ਹੈ, ਉਹ ਇਸ ਕਾਲ ਦੇ ਵਿੱਚ, ਇਹਨਾਂ 50 ਸਾਲਾਂ ਦੇ ਵਿੱਚ ਵਾਪਰਦਾ ਉਹ। ਇਸ ਕਰਕੇ ਇਸ ਨੂੰ ਪਰਿਵਰਤਨ ਕਾਲ ਕਿਹਾ ਜਾਂਦਾ ਹੈ। ਇਹ ਵੀ ਆਪਾਂ ਮੱਧਕਾਲ ਦੇ ਵਿੱਚ ਹੀ ਨਾਲ ਹੀ ਪੜ੍ਹ ਲੈਣਾ ਇਹਨੂੰ। ਸੋ ਇਹੋ ਜਿਹੀ ਕੋਈ ਐਵੇਂ ਦਿੱਕਤ ਨਹੀਂ ਹੈਗੀ ਵੀ, ਜਾਂ ਮਤਲਬ ਕੀ ਆ ਵੀ ਇਹਨੂੰ ਪਰਿਵਰਤਨ ਕਾਲ ਨੂੰ ਮੰਨ ਲਓ ਤੁਸੀਂ ਕਹਿ ਦਿਓ ਵੀ ਸਰ ਇੱਥੇ ਤਾਂ 15ਵੀਂ ਸਦੀ ਤੋਂ 1850 ਈਸਵੀ ਤੱਕ ਹੀ ਹੈ, ਪਰਿਵਰਤਨ ਕਾਲ ਫਿਰ ਅੱਡ, ਮਤਲਬ ਇਹਦਾ, ਕਿਉਂਕਿ ਪਰਿਵਰਤਨ ਕਾਲ ਹੈ ਜਿਹੜਾ ਉਹ ਮਤਲਬ ਤੁਸੀਂ ਇਸ ਤਰ੍ਹਾਂ ਕਹਿ ਲਓ ਵੀ ਮੱਧ ਕਾਲ ਤੇ ਆਧੁਨਿਕ ਕਾਲ ਦੇ ਵਿੱਚ ਪੁਲ ਦਾ ਕੰਮ ਕਰ ਰਿਹਾ ਹੈ। ਪਰਿਵਰਤਨ ਕਾਲ 1850 ਤੋਂ 19 ਈਸਵੀ ਤੱਕ ਵਾਲਾ ਜਿਹੜਾ, ਇਹ ਵੀ ਆਪਾਂ ਨਾਲ ਪੜ੍ਹਾਂਗੇ। ਹੁਣ ਦੇਖੋ ਜੀ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਇਹ ਵੰਡ ਕੀਤੀ ਹੈ ਨਾਨਕ ਕਾਲ, ਉੱਤਰ ਨਾਨਕ ਕਾਲ, ਸਿੱਖ ਰਾਜ ਕਾਲ, ਪਰਿਵਰਤਨ ਕਾਲ, ਇਹ ਸਾਡਾ ਮੱਧ ਕਾਲ ਹੈ। ਮੱਧ ਕਾਲ ਦੇ ਵਿੱਚ ਬੜਾ ਕੁਛ ਹੈ। ਮੱਧ ਕਾਲ ਦੇ ਵਿੱਚ ਸਭ ਤੋਂ ਪਹਿਲਾਂ ਜੋ ਸਭ ਤੋਂ ਮਹੱਤਵਪੂਰਨ, ਸਭ ਤੋਂ ਇੰਪੋਰਟੈਂਟ ਹੈ, ਉਹ ਹੈਗਾ ਸਾਡਾ ਨਾਨਕ ਕਾਲ ਜਾਂ ਪੂਰਵ ਮੱਧ ਕਾਲ, 15ਵੀਂ ਤੋਂ ਲੈ ਕੇ 17ਵੀਂ ਸਦੀ ਦੇ ਵਿੱਚ। ਇਹਦੇ ਵਿੱਚ ਦੇਖ ਲਓ ਕਿਹੜੀਆਂ ਕਿਹੜੀਆਂ ਕਾਵਧਾਰਾਵਾਂ ਚੱਲੀ ਜਾਂਦੀਆਂ। ਇੱਕ ਤਾਂ ਗੁਰਮਤਿ ਕਾਵਧਾਰਾ, ਕਿਉਂਕਿ ਸਾਡੇ ਗੁਰੂ ਹੈ ਜਿਹੜੇ, ਉਹਨਾਂ ਨੇ 1500 ਤੋਂ ਲੈ ਕੇ 1700 ਈਸਵੀ ਦੇ ਵਿੱਚ ਆਪਣੀ ਬਾਣੀ, ਆਪਣੀਆਂ ਰਚਨਾਵਾਂ ਰਚੀਆਂ। ਗੁਰਮਤਿ ਕਾਵਧਾਰਾ ਦੇ ਵਿੱਚ ਆਪਾਂ ਕਿਹੜੇ ਕਿਹੜੇ ਗੁਰੂ ਪੜ੍ਹਨੇ ਆ, ਕਿਹੜੇ ਕਿਹੜੇ ਆਪਾਂ ਭਗਤ ਜਾਂ ਭਾਟਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ। ਦੇਖੋ ਗੁਰੂਆਂ ਨੇ ਕਿਹੜੇ ਕਿਹੜਿਆਂ ਦੀ ਬਾਣੀ, ਵੈਸੇ ਤਾਂ 10 ਗੁਰੂ ਸਾਹਿਬਾਨ, ਉਹਨਾਂ ਦੇ ਵਿੱਚੋਂ 6 ਗੁਰੂਆਂ ਦੀ ਬਾਣੀ ਹੈ ਜਿਹੜੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗੁਰਮਤਿ ਕਾਵਧਾਰਾ ਦਾ ਸੰਬੰਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ। ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ, ਅਤੇ ਉਸ ਤੋਂ ਵਿੱਚ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦਰਜ ਨਹੀਂ ਹੈ, ਜਿਨ੍ਹਾਂ ਦਾ ਇੱਕ ਵੱਖਰਾ ਗ੍ਰੰਥ ਹੈ ਦਸਮ ਗ੍ਰੰਥ, ਉਹਨਾਂ ਦੀ ਬਾਣੀ ਵੀ ਆਪਾਂ ਗੱਲ ਕਰਾਂਗੇ। ਭਾਈ ਗੁਰਦਾਸ ਜੀ, ਜਿਨ੍ਹਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ ਹੈ, ਉਹਨਾਂ ਦੀ ਅਲੱਗ ਤੋਂ ਜਿਹੜੀਆਂ ਉਹਨਾਂ ਦੀਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਬਿੱਤ ਸਵਈਏ, ਉਹਨਾਂ ਦੀ ਆਪਾਂ ਅਲੱਗ ਤੋਂ ਚਰਚਾ ਕਰਾਂਗੇ। ਗੁਰਮਤਿ ਕਾਵਧਾਰਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਬਾਰੇ ਪੜ੍ਹਨਾ ਹੈ, ਫਿਰ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ। ਇਹ ਇੱਕਸਾਰ ਜਿਹੜੇ ਸਾਡੇ ਗੁਰੂ ਨੇ, ਇਹਨਾਂ ਦੇ ਬਾਰੇ ਆਪਾਂ ਗੁਰਮਤਿ ਕਾਵਧਾਰਾ ਦੇ ਵਿੱਚ ਚਰਚਾ ਕਰਾਂਗੇ। ਇਹਨਾਂ ਦੀ ਬਾਣੀ ਬਾਰੇ ਵੀ ਇਹਨਾਂ ਨੇ ਕਿਹੜੀਆਂ ਕਿਹੜੀਆਂ ਬਾਣੀ ਦੀਆਂ ਰਚਨਾਵਾਂ ਕੀਤੀਆਂ, ਤੇ ਉਹਨਾਂ ਦੇ ਵਿੱਚ ਕੋਈ ਜਿਵੇਂ ਮੰਨ ਲਓ ਕਿ ਕੁਝ ਕੁ ਜਿਵੇਂ ਲੋਕ ਕਾਵ ਰੂਪਾਂ ਦੀ ਵਰਤੋਂ ਕੀਤੀ, ਕਾਵ ਰੂਪਾਂ ਦੀ ਵਰਤੋਂ ਕੀਤੀ ਹੈ, ਕਿਹੜੀ ਕਿਹੜੀ ਬਾਣੀ ਦੀ ਰਚਨਾ ਕੀਤੀ ਹੈ, ਉਸ ਬਾਣੀ ਦੇ ਕੁਝ ਖਾਸ ਗੱਲਾਂ ਜਿਹੜੀਆਂ ਐਗਜ਼ਾਮ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ, ਉਹਨਾਂ ਦੇ ਵਿੱਚ ਆਪਾਂ ਇਹ ਚਰਚਾ ਕਰਾਂਗੇ। ਜਿਵੇਂ ਗੁਰੂ ਨਾਨਕ ਦੇਵ ਜੀ ਦੀ ਜਪਜੀ ਸਾਹਿਬ, ਸਿੱਧ ਗੋਸ਼ਟ, ਆਸਾ ਜੀ ਦੀ ਵਾਰ, ਤੇ ਇਹ ਜਿਹੜੀਆਂ ਬਹੁਤ ਮਹੱਤਵਪੂਰਨ ਰਚਨਾਵਾਂ ਨੇ। ਜਿਵੇਂ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਸੁਖਮਨੀ ਸਾਹਿਬ, 52 ਅੱਖਰੀ,
ਇਹਨਾਂ ਦੇ ਬਾਰੇ ਆਪਾਂ ਬਹੁਤ ਸ਼ਾਨਦਾਰ ਵਿਚਾਰ ਚਰਚਾ ਕਰਾਂਗੇ, ਉਹਦੇ ਬਾਰੇ ਆਪਾਂ ਨੂੰ ਪਤਾ ਲੱਗੇ, ਕਿਉਂਕਿ ਇਹਨਾਂ ਦੇ ਵਿੱਚੋਂ ਪ੍ਰਸ਼ਨ ਬਹੁਤ ਉੱਠਦੇ ਆ। ਸੋ ਉਹਨਾਂ ਸਾਰੇ ਪ੍ਰਸ਼ਨਾਂ ਦੇ ਤੁਹਾਡੇ ਜਵਾਬ ਤੁਹਾਨੂੰ ਜ਼ਰੂਰ ਮਿਲਣਗੇ। ਗੁਰੂ ਗੋਬਿੰਦ ਸਿੰਘ ਜੀ, ਆਪਾਂ ਨੂੰ ਪਤਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਹੈ ਜਿਹੜੇ ਇਹ ਅਧਿਆਤਮਿਕ ਸਾਹਿਤ ਦੀ ਰਚਨਾ ਵੀ ਕਰਦੇ ਹੈ, ਮਤਲਬ ਗੁਰਮਤਿ ਕਾਵਿਧਾਰਾ ਦੇ ਨਾਲ ਸੰਬੰਧਿਤ ਸਾਹਿਤ ਦੀ ਵੀ ਰਚਨਾ ਕਰਦੇ ਹਨ, ਅਤੇ ਵੀਰ ਕਾਵਿਧਾਰਾ ਦੇ ਨਾਲ ਸੰਬੰਧਿਤ ਵੀ ਜਿਹੜੀ ਰਚਨਾ ਹੈ, ਜੋ ਪ੍ਰਸਿੱਧ ਜਿਹੜੀ ਮਤਲਬ ਇੱਕ ਰਚਨਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ, ਉਹਦੇ ਬਾਰੇ ਆਪਾਂ ਵਿਚਾਰ ਕਰਾਂਗੇ। ਉਸ ਤੋਂ ਬਾਅਦ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਗੱਲ ਕਰਾਂਗੇ ਜੀ, ਕਵਿੱਤ ਸਵਈਆਂ ਦੀ ਗੱਲ ਕਰਾਂਗੇ, ਖਾਸ ਕਰਕੇ ਵਾਰਾਂ ਦੀ, ਵੀ ਕਿਹੜੀ ਵਾਰ ਦਾ ਵਿਸ਼ਾ ਕੀ ਹੈ, ਕਿ ਉਸ ਵਾਰ ਦੇ ਕਿੰਨੇ ਅੱਗੇ ਹੈ ਨਾ, ਵਾਰ ਦੇ ਵਿੱਚ ਪੌੜੀਆਂ ਕਿੰਨੀਆਂ। ਉਸ ਤੋਂ ਬਾਅਦ ਇੱਕ 15 ਭਗਤ ਹੈ ਜੀ, ਗੁਰਮਤਿ ਕਾਵਿਧਾਰਾ ਦੇ ਵਿੱਚ 15 ਭਗਤਾਂ ਦੇ ਬਾਰੇ ਵੀ ਆਪਾਂ ਵਿਚਾਰ ਕਰਾਂਗੇ। ਗੁਰਬਾਣੀ ਦੇ ਵਿੱਚ 15 ਭਗਤਾਂ ਦੀ ਬਾਣੀ ਜਿਹੜੀ ਦਰਜ ਹੈ, 11 ਭੱਟਾਂ ਦੀ ਜਿਨ੍ਹਾਂ ਦੇ 123 ਸਵਈਏ, ਉਹਨਾਂ ਦੇ ਬਾਰੇ ਗੱਲ ਕਰਾਂਗੇ। 4 ਗੁਰਸਿੱਖਾਂ ਦੀ ਗੁਰਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਜੋ ਗੁਰਮਤਿ ਕਾਵਿਧਾਰਾ ਦੇ ਨਾਲ ਸੰਬੰਧਿਤ ਹਨ। 4 ਗੁਰਸਿੱਖ ਭਾਈ ਸੁੰਦਰ ਜੀ, ਭਾਈ ਮਰਦਾਨਾ ਜੀ ਅਤੇ ਸੱਤਾ ਅਤੇ ਬਲਵੰਡ, ਇਹ ਜਿਹੜੇ 4 ਗੁਰਸਿੱਖਾਂ ਦੇ, ਇਹਨਾਂ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਇਹਨਾਂ ਦੀ ਬਾਣੀ। ਇਹਦੇ ਨਾਲ ਕੀ ਹੋਊਗਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 10ਮ ਗ੍ਰੰਥ ਭਾਈ ਗੁਰਦਾਸ ਜੀ ਦੀਆਂ ਵਾਰਾਂ, ਇਹਨਾਂ ਦੇ ਨਾਲ ਸਾਡਾ ਗੁਰਮਤਿ ਕਾਵਿਧਾਰਾ ਸਾਰੀ ਕਲੀਅਰ ਹੋ ਜੂਗੀ। ਹੁਣ ਦੇਖ ਲਓ, ਗੁਰਮਤਿ ਕਾਵਿਧਾਰਾ ਦਾ ਪੋਰਸ਼ਨ ਹੈ ਜਿਹੜਾ, ਇਹ ਲੰਮਾ ਚੌੜਾ ਹੈ, ਲੈਂਥੀ ਹੈ, ਵਿਸਤਾਰ ਪੂਰਵਕ ਇਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ। ਅੱਛਾ ਜੀ, ਸੂਫੀ ਕਾਵਿਧਾਰਾ ਦੀ ਇਹਦੇ ਵਿੱਚ ਗੱਲ ਕਰਦੇ ਹਾਂ। ਸੂਫੀ ਕਾਵਿਧਾਰਾ ਦਾ ਆਪਾਂ ਨੂੰ ਪਤਾ ਹੈ ਵੀ ਆਰੰਭ ਹੋ ਚੁੱਕਿਆ ਸੀ ਆਦਿ ਕਾਲ ਦੇ ਵਿੱਚ। ਸੂਫੀ ਕਾਵਿਧਾਰਾ ਦੇ ਵਿੱਚ ਆਪਾਂ ਆਦਿ ਕਾਲ ਦੇ ਵਿੱਚ ਇੱਕੋ ਇੱਕ ਕਵੀ ਨੂੰ ਪੜ੍ਹਦੇ ਹਾਂ, ਬਾਬਾ ਸ਼ੇਖ ਫਰੀਦ ਨੂੰ। ਹੁਣ ਇੱਥੇ ਮੱਧ ਕਾਲ ਦੇ ਵਿੱਚ ਨਾਨਕ ਕਾਲ ਦੇ ਵਿੱਚ ਅੱਗੇ, ਮੱਧ ਕਾਲ ਦੇ ਵਿੱਚ ਵੀ ਅੱਗੇ, ਨਾਨਕ ਕਾਲ ਜਾਂ ਪੂਰਵ ਮੱਧ ਕਾਲ ਦੇ ਵਿੱਚ ਆਪਾਂ ਕਿਹੜੇ ਸੂਫੀ ਕਵੀਆਂ ਨੂੰ ਪੜ੍ਹਦੇ ਹਾਂ, ਜਿਹੜੇ ਸਾਡੇ ਗੁਰੂਆਂ ਦੇ ਬਰਾਬਰ ਰਚਨਾ ਕਰ ਰਹੇ ਨੇ, ਪਰ ਉਹਨਾਂ ਦੀ ਕਾਵਿਧਾਰਾ ਕਿਹੜੀ ਹੈ, ਸੂਫੀ ਹੈ। ਸ਼ਾਹ ਹੁਸੈਨ ਨਾਮ ਸੁਣਿਆ ਤੁਸੀਂ, ਮੀਆਂ ਵਜੀਦ, ਸੁਲਤਾਨ ਬਾਹੂ, ਸ਼ਾਹ ਸ਼ਰਫ ਬਟਾਲਵੀ, ਮੌਲਾਨਾ ਅਬਦੀ, ਦਾਨਾ, ਹਾਜੀ ਮੁਹੰਮਦ ਭੂਰੇ ਵਾਲਾ, ਇਹਨਾਂ ਦੀਆਂ ਇਹ ਸਾਰੇ ਜਿਹੜੇ, ਹਾਲਾਂਕਿ ਇਹਨਾਂ ਦੇ ਵਿੱਚੋਂ ਜਿਹੜੇ ਪੜ੍ਹਨ ਵਾਲੇ ਆ ਉਹ ਹੈਗੇ ਆ ਸ਼ਾਹ ਹੁਸੈਨ, ਮੀਆਂ ਵਜੀਦ, ਸੁਲਤਾਨ ਬਾਹੂ, ਬਸ ਆ ਉੱਪਰ ਵਾਲੇ 3 ਜ਼ਿਆਦਾ ਇੰਪੋਰਟੈਂਟ ਹੈ, ਪਰ ਫਿਰ ਵੀ ਮੈਂ ਦੂਸਰੇ ਵੀ ਨਾਲ ਲਿਖਤੇ, ਇਹਨਾਂ ਦੇ ਬਾਰੇ ਵੀ ਆਪਾਂ ਵਿਚਾਰ ਚਰਚਾ ਕਰਾਂਗੇ, ਕਿਉਂਕਿ ਇਹ ਸਾਡੀ RBSE ਬੋਰਡ ਦੀ ਕਿਤਾਬ ਦੇ ਵਿੱਚ ਦੇ ਰੱਖਿਆ, ਇਸ ਕਰਕੇ ਇਹਨਾਂ ਦੇ ਬਾਰੇ ਆਪਾਂ ਨੂੰ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ। ਨਾਲੇ ਇੱਕ ਗੱਲ ਹੋਰ ਹੈ, ਮੰਨ ਲਓ ਆਪਾਂ ਇਹਨਾਂ ਦੇ ਵਿੱਚੋਂ ਕਿਸੇ ਹੋਰ ਨੂੰ ਪੜ੍ਹਦੇ ਹਾਂ, ਹੋ ਸਕਦਾ ਇਹਨਾਂ ਦੇ ਬਾਰੇ ਜੋ ਲਿਖਿਆ ਹੈ ਉਹਦੇ ਵਿੱਚ ਸਾਨੂੰ ਉੱਪਰ ਵਾਲੇ ਸ਼ਾਹ ਹੁਸੈਨ ਜਾਂ ਸੁਲਤਾਨ ਬਾਹੂ ਦੇ ਬਾਰੇ ਕੋਈ ਗੱਲ ਆਪਾਂ ਨੂੰ ਪਤਾ ਲੱਗੇ, ਕਿਉਂਕਿ ਕਈ ਵਾਰੀ ਕੀ ਕਰਦਾ ਹੈ ਵੀ ਜਿਹੜਾ ਰਾਈਟਰ ਹੁੰਦਾ ਹੈ, ਕਿਤਾਬ ਲਿਖਣ ਵਾਲਾ, ਉਹ ਕਈ ਵਾਰੀ ਕੰਪੈਰੀਜ਼ਨ, ਤੁਲਨਾ ਦੇ ਵਿੱਚ ਦੋਨਾਂ ਦੀ ਗੱਲ ਕਰਦਾ। ਫਿਰ ਉਹ ਹੋ ਸਕਦਾ ਵੀ ਉਹ ਇਸ ਟੌਪਿਕ ਦੇ ਵਿੱਚ ਜਾਂ ਇਹਨਾਂ ਦੇ ਜਿਹੜੇ ਥੱਲੇ ਨਾਮ ਲਿਖੇ ਹੋਏ ਥੱਲੜੇ, ਉਹਨਾਂ ਦੇ ਵਿੱਚ ਸ਼ਾਹ ਹੁਸੈਨ ਜਾਂ ਸੁਲਤਾਨ ਬਾਹੂ ਦੀ ਤੁਲਨਾਤਮਕ ਰੂਪ ਨਾਲ ਗੱਲ ਕਰੇ। ਇਸ ਕਰਕੇ ਸਾਰੀਆਂ ਗੱਲਾਂ ਪੜ੍ਹਨੀਆਂ ਜ਼ਰੂਰੀ ਹੁੰਦੀਆਂ ਨੇ। ਉਸ ਤੋਂ ਬਾਅਦ ਕਿੱਸਾ ਕਾਵਿਧਾਰਾ। ਅੱਛਾ ਜੀ, ਪੰਜਾਬੀ ਕਿੱਸਾ ਕਾਵਿਧਾਰਾ ਦਾ ਆਰੰਭ ਹੈ ਜਿਹੜਾ, ਉਹ ਮੱਧ ਕਾਲ ਦੇ ਵਿੱਚ ਨਾਨਕ ਕਾਲ ਦੇ ਨਾਲ ਸੰਬੰਧਿਤ ਹੈ। ਨਾਨਕ ਕਾਲ ਦੇ ਨਾਲ ਜਾਂ ਪੂਰਵ ਮੱਧ ਕਾਲ ਦੇ ਨਾਲ। ਸੂਫੀ ਕਾਵਿਧਾਰਾ ਦੀ ਗੱਲ ਹੋ ਗਈ, ਸੂਫੀ ਕਾਵਿਧਾਰਾ ਤਾਂ ਆਦਿ ਕਾਲ ਤੋਂ ਹੀ ਚੱਲੀ ਆ ਰਹੀ ਹੈ, ਨੋ ਡਾਊਟ। ਕਿੱਸਾ ਕਾਵਿਧਾਰਾ ਇਹਦਾ ਜਨਮ ਹੁੰਦਾ ਹੈ ਮੱਧ ਕਾਲ ਦੇ ਵਿੱਚ, ਗੁਰੂ ਨਾਨਕ ਕਾਲ ਦੇ ਵੇਲੇ। ਪਹਿਲਾ ਕਿੱਸਾ ਕਵੀ ਆਪਾਂ ਨੂੰ ਪਤਾ ਹੀ ਹੈ, ਦਮੋਦਰ ਕਿੱਸਾ ਹੀਰ ਲਿਖਿਆ, ਪੀਲੂ ਕਿੱਸਾ ਮਿਰਜ਼ਾ ਸਾਹਿਬਾਂ, ਉਵੇਂ ਹੀ ਹਾਫਿਜ਼ ਬਰਖੁਰਦਾਰ ਅਤੇ ਅਹਿਮਦ ਗੁੱਜਰ, ਇਹ ਕੁਝ ਇੰਪੋਰਟੈਂਟ ਨੇ ਕਿੱਸਾ, ਜਿਹੜੇ ਕਿੱਸਾਕਾਰ ਨੇ ਸਾਡੇ, ਇਹਨਾਂ ਨੇ ਨਾਨਕ ਕਾਲ ਦੇ ਵਿੱਚ ਕਿੱਸਿਆਂ ਦੀ ਰਚਨਾ ਕੀਤੀ ਅਤੇ ਇਸ ਕਿੱਸਾ ਕਾਵਿਧਾਰਾ ਦਾ ਆਰੰਭ ਹੁੰਦਾ ਹੈ। ਹੁਣ ਦੇਖੋ ਜੀ ਅੱਗੇ ਵੀਰ ਕਾਵਿਧਾਰਾ। ਵੀਰ ਕਾਵਿਧਾਰਾ ਦਾ ਆਪਾਂ ਨੂੰ ਪਤਾ ਹੈ ਵੀ ਵੀਰ ਕਾਵਿਧਾਰਾ ਜਿਹੜੀ ਉਹ ਆਦਿ ਕਾਲ ਦੇ ਵਿੱਚ ਆਰੰਭ ਹੋ ਚੁੱਕੀ ਸੀ, ਜਿਹਦੇ ਵਿੱਚ 6 ਲੋਕ ਵਾਰਾਂ ਵੀਰ ਰਸੀ ਸਾਹਿਤ ਵਿੱਚ ਰਚੀਆਂ ਗਈਆਂ। ਵੀਰ ਕਾਵਿਧਾਰਾ ਦੇ ਵਿੱਚ 3 ਲੋਕ ਵਾਰਾਂ ਹੋਰ ਆ ਜਾਣਗੀਆਂ, 6 ਅਤੇ 3 9 ਹੋ ਜਾਣਗੀਆਂ। ਇਹ ਟੋਟਲ 9 ਲੋਕ ਵਾਰਾਂ ਨੇ, ਜਿਨ੍ਹਾਂ ਦੇ ਵਿੱਚੋਂ 6 ਆਦਿ ਕਾਲ ਨਾਲ ਸੰਬੰਧਿਤ ਹਨ ਅਤੇ 3 ਮੱਧ ਕਾਲ ਦੇ ਵਿੱਚ ਨਾਨਕ ਕਾਲ ਨਾਲ ਸੰਬੰਧਿਤ ਹਨ। ਇਹ ਜਿਹੜੀਆਂ 9 ਲੋਕ ਵਾਰਾਂ, ਇਹਨਾਂ ਦੇ ਆਧਾਰ 'ਤੇ ਸਾਡੇ ਗੁਰੂਆਂ ਨੇ, ਇਹਨਾਂ ਦੀਆਂ ਧੁਨੀਆਂ ਦੇ ਆਧਾਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 9 ਵਾਰਾਂ ਇਹੋ ਜਿਹੀਆਂ ਜਿਨ੍ਹਾਂ ਦੇ ਉੱਪਰ ਗਾਏ ਜਾਣ ਦਾ ਸੰਕੇਤ ਦਿੱਤਾ ਹੈ। ਇਹਨਾਂ ਦੇ ਬਾਰੇ ਆਪਾਂ ਇੱਥੇ ਗੱਲ ਕਰਾਂਗੇ। ਵਾਰਤਕ ਸਾਹਿਤ, ਫਿਰ ਇੱਥੇ ਵਾਰਤਕ ਦਾ ਵੀ ਜਨਮ ਹੁੰਦਾ ਹੈ।
ਇਹ ਜਿਹੜਾ ਨਾਨਕ ਕਾਲ ਹੈ ਇਸ ਦੇ ਵਿੱਚ ਵਾਰਤਕ ਦੀ ਰਚਨਾ ਵੀ ਹੁੰਦੀ ਹੈ। ਇੱਕ ਹੁੰਦੀ ਹੈ ਕਵਿਤਾ, ਇੱਕ ਹੁੰਦਾ ਹੈ ਵਾਰਤਕ, ਗੱਦ ਪਦ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਇਹਦੇ ਵਿੱਚ ਸਾਖੀਆਂ ਤੇ ਜਨਮ ਸਾਖੀਆਂ, ਕਿਉਂਕਿ ਮੱਧ ਕਾਲ ਦੇ ਵਿੱਚ, ਨਾਨਕ ਕਾਲ ਦੇ ਵਿੱਚ ਧਾਰਮਿਕ ਸਾਹਿਤ ਬਹੁਤ ਰਚਿਆ ਗਿਆ। ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਬਹੁਤ ਸਾਰੀਆਂ ਸਾਖੀਆਂ ਤੇ ਜਨਮ ਸਾਖੀਆਂ ਇੱਥੇ ਆਪਾਂ ਵੇਖਾਂਗੇ। ਉਹਨਾਂ ਬਾਰੇ ਟੀਕੇ ਜਾਂ ਪਰਮਾਰਥ, ਟੀਕੇ ਜਾਂ ਪਰਮਾਰਥ ਦਾ ਸ਼ਾਬਦਿਕ ਅਰਥ, ਪਰਮਾਰਥ ਦਾ ਪਰਮ ਅਰਥ ਵੀ ਮਤਲਬ ਕੀ ਹੈ ਵੀ ਜਿਹੜਾ ਮੰਨ ਲਓ ਕੋਈ ਧਾਰਮਿਕ ਗ੍ਰੰਥ ਹੈ ਉਹਦੇ ਅਰਥ ਲਿਖਣੇ, ਉਹਨੂੰ ਕਹਿ ਦਿੰਦਾ ਟੀਕੇ ਜਾਂ ਪਰਮਾਰਥ। ਗੋਸ਼ਟਾਂ, ਵਚਨ ਜਾਂ ਬਚਨ, ਹੁਕਮਨਾਮੇ, ਅਨੁਵਾਦ ਤੇ ਹੋਰ ਫੁਟਕਲ ਰਚਨਾਵਾਂ, ਇਹ ਆਪਾਂ ਵਾਰਤਕ ਸਾਹਿਤ ਦੇ ਵਿੱਚ ਇਹਦੇ ਵਿੱਚ ਚਰਚਾ ਕਰ ਲਾਂਗੇ ਕਿ ਇਸ ਵੇਲੇ ਨਾਨਕ ਕਾਲ ਦੇ ਵੇਲੇ, ਮੱਧ ਕਾਲ ਦੇ ਵਿੱਚ, ਨਾਨਕ ਕਾਲ ਦੇ ਵੇਲੇ ਵਾਰਤਕ ਸਾਹਿਤ ਜੋ ਕਿ ਹੌਲੀ ਹੌਲੀ ਵਿਕਾਸ ਕਰ ਰਿਹਾ ਸੀ, ਉਸ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਰਚਨਾ ਕੀਤੀ ਗਈ। ਇਹ ਹੋ ਗਿਆ ਜੀ ਸਾਡਾ ਨਾਨਕ ਕਾਲ। ਮੱਧ ਕਾਲ ਹੀ ਚੱਲੀ ਜਾਂਦਾ ਹਜੇ। ਮੱਧ ਕਾਲ ਦੇ ਵਿੱਚ ਦੂਸਰਾ ਆਪਾਂ ਕਰਦੇ ਹਾਂ ਉੱਤਰ ਨਾਨਕ ਕਾਲ। ਹਾਂਜੀ, ਉੱਤਰ ਨਾਨਕ ਕਾਲ ਦੀ ਜਦੋਂ ਆਪਾਂ ਗੱਲ ਕਰੀਏ, ਉੱਤਰ ਨਾਨਕ ਕਾਲ ਹੈਗਾ ਸਾਡਾ 1701 ਤੋਂ 1800 ਈਸਵੀ ਤੱਕ। ਨਾਨਕ ਕਾਲ ਦੀ ਗੱਲ ਹੋ ਗਈ, ਉਸ ਤੋਂ ਬਾਅਦ ਉੱਤਰ ਨਾਨਕ ਕਾਲ। ਇਹ ਮੱਧ ਕਾਲ ਦੇ ਹਿੱਸੇ ਹੀ ਹੈ, ਨੋ ਡਾਊਟ, ਕੋਈ ਦਿੱਕਤ ਨਹੀਂ ਦਿਖ ਰਿਹਾ ਤੁਹਾਨੂੰ। ਉੱਤਰ ਨਾਨਕ ਕਾਲ ਦੇ ਵਿੱਚ ਸੂਫੀ ਕਾਵਧਾਰਾ ਚੱਲ ਰਹੀ ਹੈ ਜੀ, ਬਿਲਕੁਲ ਸੂਫੀ ਕਾਵਧਾਰਾ ਆਦਿ ਕਾਲ ਦੇ ਵਿੱਚ ਚੱਲੀ ਸੀ, ਮੱਧ ਕਾਲ ਦੇ ਵਿੱਚ ਵੀ ਕਵੀ ਹੋਏ। ਉਸ ਤੋਂ ਬਾਅਦ ਮੱਧ ਕਾਲ ਦੇ ਵਿੱਚ, ਨਾਨਕ ਕਾਲ ਦੇ ਵਿੱਚ 1500 ਤੋਂ 1700, ਹੁਣ ਉੱਤਰ ਨਾਨਕ ਕਾਲ ਦੇ ਵਿੱਚ 1701 ਤੋਂ 1800 ਈਸਵੀ ਤੱਕ ਸੂਫੀ ਕਾਵਧਾਰਾ ਦੇ ਵਿੱਚ ਆਪਾਂ ਬਹੁਤ ਇੰਪੋਰਟੈਂਟ ਕਵੀ ਨੂੰ ਪੜ੍ਹਦੇ ਹਾਂ, ਬੁੱਲੇ ਸ਼ਾਹ ਨੂੰ। ਬੁੱਲੇ ਸ਼ਾਹ, ਅਲੀ ਹੈਦਰ, ਫਰਦ ਫਕੀਰ ਤੇ ਸ਼ਾਹ ਮੁਰਾਦ, ਇਹ ਜਿਹੜੇ ਕਵੀ ਹੈ ਇਹ ਉੱਤਰ ਨਾਨਕ ਕਾਲ ਦੇ ਹੋਏ ਆ। ਹੁਣ ਪਤਾ ਲੱਗ ਰਿਹਾ ਕਿ ਨਹੀਂ? ਹੁਣ ਤੁਹਾਨੂੰ ਗੱਲ ਸਮਝ 'ਚ ਆ ਰਹੀ ਹੋਊਗੀ ਵੀ ਆਪਾਂ ਜਿਹੜਾ ਬੁੱਲੇ ਸ਼ਾਹ ਉਹ 1701 ਤੋਂ 1800 ਈਸਵੀ ਦੇ ਵਿੱਚ ਪੜ੍ਹਨਾ ਹੈ ਉਹਨੂੰ। ਕਿੱਸਾ ਕਾਵਧਾਰਾ, ਕਿੱਸਾ ਬਿਲਕੁਲ ਇੱਥੇ ਚੱਲ ਰਿਹਾ। ਮੱਧ ਕਾਲ ਦੇ ਵਿੱਚ ਦਮੋਦਰ ਦੀ ਹੀਰ ਜਿਹੜੀ, ਉਹਦੇ ਤੋਂ ਕਿੱਸੇ ਦਾ ਜਨਮ ਹੁੰਦਾ। ਉਸ ਤੋਂ ਬਾਅਦ ਦੇਖੋ ਜੀ, ਕਿੱਸਾ ਕਾਵਧਾਰਾ ਦੇ ਵਿੱਚ ਇੱਥੇ ਸੂਫੀ ਕਾਵਧਾਰਾ ਤੇ ਕਿੱਸਾ ਕਾਵਧਾਰਾ ਦੋਨੋਂ ਉੱਤਰ ਨਾਨਕ ਕਾਲ ਦੇ ਵਿੱਚ ਆਪਣੇ ਸ਼ਿਖਰ ਤੇ ਹਨ, ਕਿਉਂਕਿ ਬੁੱਲੇ ਸ਼ਾਹ ਇਸ ਕਾਲ ਦੇ ਵਿੱਚ ਹੋਇਆ ਤੇ ਉਵੇਂ ਹੀ ਕਿੱਸਾ ਕਾਵਧਾਰਾ ਦੇ ਵਿੱਚ ਵਾਰਿਸ ਸ਼ਾਹ ਇਸ ਕਾਲ ਦੇ ਵਿੱਚ ਹੋਇਆ। ਇਸ ਕਰਕੇ ਉੱਤਰ ਨਾਨਕ ਕਾਲ ਹੈ ਜਿਹੜਾ ਬਹੁਤ ਇੰਪੋਰਟੈਂਟ ਹੈ ਸੂਫੀ ਕਾਵਧਾਰਾ ਤੇ ਕਿੱਸਾ ਕਾਵਧਾਰਾ ਦੀ ਦ੍ਰਿਸ਼ਟੀ ਤੋਂ। ਅੱਛਾ ਦੇਖੋ ਜੀ, ਹੁਣ ਸੂਫੀ ਕਾਵਧਾਰਾ ਦੇ ਵਿੱਚ ਕਿਹੜੇ ਕਿਹੜੇ ਕਵੀ? ਬੁੱਲੇ ਸ਼ਾਹ, ਅਲੀ ਹੈਦਰ, ਫਰਦ ਫਕੀਰ ਤੇ ਸ਼ਾਹ ਮੁਰਾਦ। ਕਿੱਸਾ ਕਾਵਧਾਰਾ ਜੋ ਚੱਲੀ ਆ ਰਹੀ ਹੈ ਮੱਧ ਕਾਲ ਦੇ ਵਿੱਚ ਚੱਲੀ, ਮੁਕਬਲ, ਵਾਰਿਸ ਸ਼ਾਹ, ਮੀਆਂ ਚਿਰਾਗ ਅਵਾਨ, ਆੜਤ ਕਵੀ, ਹਾਮਦ ਸ਼ਾਹ ਅਬਾਸੀ, ਬਿਹਬਲ, ਇਹ ਜਿਹੜੇ ਸਾਰੇ ਮੈਂ ਲਿਖਤੇ ਆ ਕਿੱਸਾ ਕਵੀ। ਇਹਦੇ ਵਿੱਚੋਂ ਜਿਹੜਾ ਆਪਾਂ ਨੂੰ ਐਗਜ਼ਾਮ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਹੈ ਤੇ ਜਿਹੜਾ ਸਾਡੇ ਸਿਲੇਬਸ ਤੇ ਦੇ ਰੱਖਿਆ ਉਹ ਤਾਂ ਆਪਾਂ ਪੜ੍ਹਨਾ ਹੀ ਪੜ੍ਹਨਾ। ਬਾਕੀਆਂ ਬਾਰੇ ਵੀ ਥੋੜ੍ਹੀ ਵਿਚਾਰ ਕਰ ਲਵਾਂਗੇ। ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਕਈ ਵਾਰੀ ਤੁਲਨਾ ਦੇ ਵਿੱਚ ਦਿੱਤਾ ਹੁੰਦਾ ਹੈ ਨਾ, ਕਿਸੇ ਦੂਸਰੇ ਦੇ ਵਿੱਚ ਵੀ ਕਿਸੇ ਦੂਸਰੇ ਕਵੀ ਬਾਰੇ ਲਿਖਦਿਆਂ ਹੀ, ਜਿਵੇਂ ਮੰਨ ਲਓ ਇਹਨਾਂ ਦੇ ਵਿੱਚ ਮੁਕਬਲ ਦੇ ਜਦੋਂ ਆਪਾਂ ਬਾਰੇ ਪੜ੍ਹਦੇ ਹਾਂ ਤੇ ਉਹਦੇ ਵਿੱਚ ਵਾਰਿਸ ਸ਼ਾਹ ਬਾਰੇ ਵੀ ਕੁਝ ਕੁ ਦਿੱਤਾ ਹੁੰਦਾ ਹੈ। ਤੁਲਨਾ ਦੇ ਵਿੱਚ ਜਦੋਂ ਦੋਨਾਂ ਦੀ ਜਿਹੜੀ ਰਚਨਾ ਹੈ ਉਹਨੂੰ ਤੁਲਨਾਤਮਕ ਅਧਿਐਨ ਕੀਤਾ ਜਾਂਦਾ ਹੈ ਨਾ, ਇਸ ਕਰਕੇ ਪੜ੍ਹਨਾ ਜ਼ਰੂਰੀ ਹੁੰਦਾ ਇਸ ਚੀਜ਼ ਨੂੰ। ਸਦੀਕ ਲਾਲੀ, ਸੁੰਦਰਦਾਸ ਆਰਾਮ, ਅਬਦੁਲ ਹਕੀਮ ਬਹਾਵਲਪੁਰੀ, ਇਹ ਕੁਝ ਕਿੱਸਾਕਾਰ ਨੇ। ਹੋ ਸਕਦਾ ਇਹਨਾਂ ਦੇ ਤੁਸੀਂ ਨਾਮ ਨਹੀਂ ਸੁਣੇ ਹੋਣਗੇ, ਟੈਨਸ਼ਨ ਨਹੀਂ ਲੈਣੀ। ਜੋ ਨਾਮ ਤੁਹਾਡੇ ਸਿਲੇਬਸ ਦੇ ਵਿੱਚ ਹਨ ਤੁਸੀਂ ਉਹੀ ਪੜ੍ਹਨਾ। ਮੈਨੂੰ ਲੱਗਦਾ ਇੱਕ ਹੀ ਹੋਊਗਾ, ਵਾਰਿਸ ਸ਼ਾਹ ਹੋਊਗਾ ਇਹਦੇ ਵਿੱਚ। ਚਲੋ ਜੀ, ਬੀਰ ਕਾਵਧਾਰਾ ਦੀ ਗੱਲ ਕਰੀਏ ਜੀ। ਬੀਰ ਕਾਵਧਾਰਾ ਜੋ ਆਦਿ ਕਾਲ ਤੋਂ ਚੱਲੀ ਆ ਰਹੀ ਸੀ, ਉਹਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਵੀ ਹੋਰ ਕੀ ਵਾਧਾ ਹੋਇਆ। ਬੀਰ ਕਾਵਧਾਰਾ ਦੀ ਨਾਨਕ ਕਾਲ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਬੀਰ ਕਾਵਧਾਰਾ ਜਿਹੜੀ ਉਹ ਨਾਨਕ ਕਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਬੀਰ ਕਾਵਧਾਰਾ ਦੇ ਨਾਲ ਸੰਬੰਧਿਤ ਇੱਕ ਰਚਨਾ ਕਰਦੇ ਆ, ਚੰਡੀ ਦੀ ਵਾਰ ਦੀ। ਤੁਹਾਨੂੰ ਦੱਸਿਆ ਸੀ ਮੈਂ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਉੱਪਰ ਗੱਲ ਹੋਈ ਹੈ ਜਿਵੇਂ ਕਲੀਅਰ। ਬੀਰ ਕਾਵਧਾਰਾ ਹੁਣ ਇੱਥੇ ਕਿਵੇਂ ਚੱਲ ਰਹੀ ਹੈ ਉੱਤਰ ਨਾਨਕ ਕਾਲ ਦੇ ਵਿੱਚ, ਕੀ ਕੁਛ ਚੱਲ ਰਿਹਾ ਇੱਥੇ? ਵਾਰਾਂ ਅਤੇ ਜੰਗਨਾਮੇ ਲਿਖੇ ਜਾ ਰਹੇ ਆ। ਦੇਖੋ ਜੀ, ਵਾਰ ਦਾ ਸੰਬੰਧ ਤਾਂ ਹੈ ਪੰਜਾਬੀ ਸਾਹਿਤ ਦੇ ਨਾਲ, ਜੰਗਨਾਮੇ ਹੈ ਜਿਹੜੇ ਇਹਨਾਂ ਦਾ ਸੰਬੰਧ ਮੁਸਲਮਾਨੀ ਸਾਹਿਤ ਨਾਲ। ਬਹੁਤ ਸਾਰੇ ਜੰਗਨਾਮੇ ਇਮਾਮ ਹੁਸੈਨ ਜਿਹੜਾ ਉਹਦੀ ਸ਼ਹਾਦਤ ਤੇ ਲਿਖੇ ਗਏ ਹੈ, ਜੋ ਕਰਬਲਾ ਦੀ ਜੰਗ ਦੇ ਵਿੱਚ ਸ਼ਹੀਦ ਹੋਇਆ ਸੀ। ਇਸ ਕਰਕੇ ਇਹਨਾਂ ਦਾ ਜ਼ਿਆਦਾ ਮਹੱਤਵ ਨਹੀਂ ਰਹਿ ਜਾਂਦਾ, ਪਰ ਜੰਗਨਾਮੇ ਦਾ ਮਹੱਤਵ ਅੱਗੇ ਜਾ ਕੇ ਹੋਊਗਾ। ਇੱਕ ਜੰਗਨਾਮਾ ਲਿਖਿਆ ਜਾਊਗਾ, ਉਹਦੇ ਬਾਰੇ ਵਿਚਾਰ ਕਰਾਂਗੇ। ਫਿਲਹਾਲ ਬੀਰ ਕਾਵਧਾਰਾ ਦੀ ਗੱਲ ਕਰੀਏ। ਬੀਰ ਕਾਵਧਾਰਾ ਜਿਹੜੀ 1701 ਤੋਂ 1800, ਇਸ 100 ਸਾਲ ਦੇ ਵਿੱਚ ਬੀਰ ਕਾਵਧਾਰਾ ਦੇ ਵਿੱਚ ਸਭ ਤੋਂ ਵਾਰਾਂ ਦੇ ਵਿੱਚ ਇੱਕ ਬਹੁਤ ਹੀ ਪ੍ਰਸਿੱਧ ਵਾਰ ਦੀ ਰਚਨਾ ਹੁੰਦੀ ਹੈ, ਨਾਦਰ ਸ਼ਾਹ ਦੀ ਵਾਰ ਨਜਾਬਤ ਦੀ। ਨਾਦਰ ਸ਼ਾਹ ਦਾ ਹਮਲਾ ਹੁੰਦਾ ਹੈ ਜਦੋਂ ਦਿੱਲੀ ਦੇ ਉੱਪਰ, ਤਾਂ ਉਹਦੇ ਬਾਰੇ ਚਰਚਾ ਕੀਤੀ ਗਈ ਹੈ। ਨਜਾਬਤ ਨੇ ਲਿਖੀ ਹੈ ਨਾਦਰ ਸ਼ਾਹ ਦੀ ਵਾਰ। ਵਾਰਤਕ ਸਾਹਿਤ ਵਿੱਚ ਕੀ ਕੁਛ ਚੱਲੀ ਜਾਂਦਾ ਇੱਥੇ?
जन्म साखियां, साखियां, पर्चियां, टीके, उथानका, रहतनामे, हुक्मनामे, अनुवाद, इन्हां दे अर्थ वगैरह, शाब्दिक अर्थ की चीज़ां ने, इन्हां दे बारे प्रॉपर दस्सिया जाऊगा। विचार करांगे इन्हां ते भी। हुण आ गया जी सिख राज काल, जिवें मैं गल कीती सी 1800 ईस्वी तक हो गया उत्तर नानक काल। फिर 1801 तो 1850 ये 50 साल है जिहड़े इहनूं सिख राज काल दे विच वंडिया गया है। उदों एक ही कावधारा चल रही है, कल्ली किस्सा कावधारा, बाकी सारियां कावधारावां एक वार मट्ठियां पै जांदियां हन। हुण देखदे हैं जी इहदे विच इन्हां 50 सालां दे विच किस्सा कावधारा दे विच किहड़े-किहड़े हाशम शाह, अहमद यार, मियाँ इमाम बख्श, कादर यार, वीर सिंह ते जोगा सिंह। ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਕਿੱਸਾ ਕਾਵਧਾਰਾ ਜਿਹੜੀ ਉਹਦੇ ਵਿੱਚ ਆਪਾਂ ਹਾਸ਼ਮ ਸ਼ਾਹ ਨੂੰ ਪੜ੍ਹਦੇ ਹਾਂ। ਇੱਕ ਤਾਂ ਕਿੱਸਾ ਕਵੀ ਜਿਹਨੇ ਸੱਸੀ ਪੁੰਨੂ ਕਿੱਸਾ ਜਿਹੜਾ ਪ੍ਰਸਿੱਧ ਹੈ, ਜਿਹੜਾ ਕਾਦਰ ਯਾਰ ਦਾ ਆਪਾਂ ਪੜ੍ਹਦੇ ਹਾਂ, ਪੂਰਨ ਭਗਤ। ਇਹ ਆ ਜਿਹੜੇ ਇਹ ਸਾਰੇ ਆਪਾਂ ਇੱਥੇ ਵੇਖਾਂਗੇ। ਹਾਸ਼ਮ ਸ਼ਾਹ ਤੇ ਕਾਦਰ ਯਾਰ ਇਹ ਤਾਂ ਸਾਡੇ ਸਿਲੇਬਸ ਦੇ ਵਿੱਚ ਹੀ ਦੇ ਰੱਖੇ ਆ। ਸੋ ਸਿੱਖ ਰਾਜ ਕਾਲ ਦੀ ਆਪਾਂ ਗੱਲ ਕਲੀਅਰ ਹੋ ਗਈ। ਸਿੱਖ ਰਾਜ ਕਾਲ ਦੇ ਵਿੱਚ ਛੋਟਾ ਜਿਹਾ ਪੋਰਸ਼ਨ ਹੈ। ਹੁਣ ਆਪਾਂ ਮੱਧ ਕਾਲ ਦੀ ਜਿਵੇਂ ਗੱਲ ਕੀਤੀ, ਮੱਧ ਕਾਲ ਦੇ ਵਿੱਚ ਆਪਾਂ ਨਾਨਕ ਕਾਲ, उत्तर नानक काल और उस तो बाद सिख राज काल की गल की। हुण एक रह गया जी परिवर्तन काल। कुछ इस तरह दी रचनावां जिहड़ियां परिवर्तन काल की श्रेणी च आउंदियां 1850 तो 1900 ईस्वी तक, क्योंकि 1900 ईस्वी तो अगे तो साडा आधुनिक काल शुरू हो जाता है। किस्सा कावधारा दे विच आपां एक किस्सा कावर नूं पढ़दे हैं। सोहनी महिवाल जी का प्रसिद्ध किस्सा है फजल शाह, मियाँ मुहम्मद बख्श, किशन सिंह आरफ, मियाँ मुहम्मद बूटा गुजराती, एक हदायतुल्ला भी, भगवान सिंह, मौलवी गुलाम रसूल। एक किस्सा कावधारा होंदी है। हुण एक वीर कावधारा जिवें मैं तुहानूं दस्सिया सी भी जिहड़ी मध्य काल दे विच आपां एक देखो इत्थे हाँ जिहड़ी हैगी उत्तर नानक काल दे विच आपां वीर कावधारा दे विच वारां ते जंगनामे रचे जा रहे सी। पर उत्तर नानक काल दे विच वीर कावधारा दे विच एक वार प्रसिद्ध होई सी, नजाबत दी वार, नादर शाह दी वार। पर परिवर्तन काल दे विच वीर कावधारा दे विच वारां ते जंगनामे दोने रचे जा रहे हैं। पर एक मात्र जिहड़ा जंगनामा बहुत प्रसिद्ध हुंदा है शाह मुहम्मद दा जंगनामा, ਸਿੰਘਾਂ ते फिरंगियां जिहड़ा जंगनामा, उहदी चर्चा आपां परिवर्तन काल दे विच करनी। सूफी ਅਤੇ धार्मिक ਸਾਹਿਤ रचे जा रहे हैं जी। इत्थे सूफी कवि आपां हाशम शाह इत्थे पढ़ांगे। देखो हाशम शाह है जिहड़ा ਉਹ किस्सा कवि भी है ਅਤੇ सूफी कवि भी है। ਜਦੋਂ ਆਪਾਂ ਸਿੱਖ ਰਾਜ ਕਾਲ ਦੇ ਵਿੱਚ ਪੜ੍ਹਦੇ ਆ 1801 ਤੋਂ 1850, ਉਦੋਂ ਆਪਾਂ ਹਾਸ਼ਮ ਸ਼ਾਹ ਦਾ ਨਾਮ ਪੜ੍ਹਿਆ। ਪਰ ਕੀ ਹੈ ਵੀ ਹਾਸ਼ਮ ਸ਼ਾਹ ਆਪਣੀ ਜਵਾਨੀ ਦੀ ਉਮਰੇ ਤਾਂ ਕਿੱਸੇ ਲਿਖਦਾ ਹੈ। ਜਵਾਨੀ ਦੀ ਉਮਰ ਦੇ ਵਿੱਚ ਤਾਂ ਉਹ ਮਤਲਬ ਜਵਾਨੀ ਦੇ ਵਿੱਚ ਪਤਾ ਹੀ ਹੈ ਤੁਹਾਨੂੰ, ਹੁਣ ਦੱਸਣ ਦੀ ਕੀ ਲੋੜ ਹੈ। ਹਾਸ਼ਮ ਸ਼ਾਹ ਜਿਹੜਾ ਉਹ ਕਿੱਸਾ ਕਾਵਧਾਰਾ ਦੇ ਨਾਲ ਸੰਬੰਧਿਤ ਹੈ। पर हौली हौली उन्होंने महसूस होता है भी जिहड़ा इश्क है जिहड़ा वो सिर्फ दुनियावी नहीं होंदा, इश्क हकीकी भी होंदा है। फिर वो हौली हौली सूफी कवि बनता है अपनी प्रौढ़ अवस्था दे विच। प्रौढ़ अवस्था दे विच जदों अपनी सियाणप वाली उम्र दे विच वो सूफी कवि बनता है तो फिर वो अपने जिहड़ा दोहड़े ते जड़ियाँ अपनियां रचनावां करता है। वो एक दोहरे छंद तो बाद एक होर हाशम शाह जिहड़ा है दोहड़े की रचना करता है और ड्योडा की रचना करता है। हाँ दोहरे ते ड्योडा उन्हां दे बारे आपां गल करांगे। हाशम शाह किस्सा कवि भी है तो सूफी कवि भी है। हुण तुहानूं दसता भी हाशम शाह जिहड़ा वो 1850 तो 1900 वाले च भी आई जाता है तो 1801 तो 1850 वाले च भी आई जाता है। कारण तुहानूं दसता भी अपने 1801 तो 1850 इस समय दे विच ओह एक किस्सा कवि है और 1850 तो बाद उसका हिरदा चेंज हो जाता है, सूफी कवि बन जाता है। वार्तक साहित्य दे विच आपां इत्थे पढ़ांगे शरदा राम फलौरी ते भाई वीर सिंह। भाई वीर सिंह आधुनिक पंजाबी साहित्य दे विच आपां इहनूं पढ़दे हैं। सब तो पहला आधुनिकता का प्रवेश भाई वीर सिंह जी दी रचनावां दे नाल हुंदा है। शरदा राम फलौरी भी इत्थे आपां थोड़ा जिहा पढ़ांगे परिवर्तन काल दे विच, क्योंकि शरदा राम फलौरी भी एक आधुनिक साहित्य दे विच ही है। जदों आपां वार्तक बारे पढ़ांगे आधुनिक, उदों भी आपां शरदा राम फलौरी नूं पढ़दे हैं, इत्थे भी पढ़दे हैं। हुण आ गया जी साडा आधुनिक काल। लो जी वाह जी क्या बात है, बड़ा तुसीं जुड़े बैठे हो प्रेम दे नाल। आधुनिक काल दे विच देखो किहड़ियां हुण जिहड़ियां साहित्यक विधा जिहड़ियां हन आधुनिक काल दे विच बदल गईयां जी। वेखो किवें बदलियां, किहड़ियां रचनावां किहड़ियां विधा दे विच पंजाबी साहित्य रचिया जा रहा है।
ਉਹ ਦੇਖੋ ਜੀ, ਪੰਜਾਬੀ ਕਵਿਤਾ ਦਾ ਇਤਿਹਾਸ ਪੜ੍ਹਾਂਗੇ ਆਪਾਂ, ਪੰਜਾਬੀ ਨਾਵਲ ਦਾ, ਪੰਜਾਬੀ ਨਿੱਕੀ ਕਹਾਣੀ ਦਾ, ਨਾਟਕ ਦਾ, ਪੰਜਾਬੀ ਵਾਰਤਕ ਦਾ ਇਤਿਹਾਸ, ਜਿਹਦੇ ਵਿੱਚ ਆਪਾਂ ਨਿਬੰਧ, ਜੀਵਨੀ, ਸਵੈ ਜੀਵਨੀ, ਸਫ਼ਰਨਾਮਾ, ਰੇਖਾ ਚਿੱਤਰ, ਇਹਨਾਂ ਦੇ ਬਾਰੇ ਆਪਾਂ ਪੜ੍ਹਾਂਗੇ। ਕਿਉਂਕਿ ਇੱਥੇ ਆ ਜਿਹੜਾ ਪੰਜਾਬੀ ਜਿਹੜਾ ਵਾਰਤਕ ਹੈ, ਜਿਹੜਾ ਪੁਰਾਣਾ ਲਿਖਿਆ ਜਾ ਰਿਹਾ ਸੀ, ਸਾਖੀਆਂ, ਜਨਮ ਸਾਖੀਆਂ, ਉਹ ਸ਼ਰਧਾ ਦੀ ਭਾਵਨਾ ਨਾਲ ਲਿਖਿਆ ਜਾ ਰਿਹਾ ਸੀ। ਪਰ ਹੁਣ ਇੱਥੇ ਜਿਹੜਾ ਉਹ ਜਿਹੜਾ ਵਾਰਤਕ ਹੈ ਉਸ ਦਾ ਮੁਹਾਂਦਰਾ ਚੇਂਜ ਹੁੰਦਾ ਹੈ ਅੰਗਰੇਜ਼ਾਂ ਦੇ ਆਉਣ ਨਾਲ। ਜਿਹੜਾ ਜੀਵਨ ਨੂੰ ਮਤਲਬ ਕੀ ਹੈ ਵੀ ਜੀਵਨ ਜਿਉਣ ਦਾ ਦ੍ਰਿਸ਼ਟੀਕੋਣ ਜਿਹੜਾ ਉਹ ਬਦਲਦਾ ਹੈ। ਇਸ ਕਰਕੇ ਜਿਵੇਂ ਜੀਵਨ ਜੀਣ ਦਾ ਦ੍ਰਿਸ਼ਟੀਕੋਣ ਬਦਲਦਾ ਹੈ ਤੇ ਨਾਲ ਨਾਲ ਸਾਹਿਤ ਦੇ ਵਿੱਚ ਵੀ ਬਦਲਾਅ ਆਉਂਦੇ ਹਨ। ਸੋ ਇੱਥੇ ਨਵੇਂ ਪ੍ਰਕਾਰ ਦਾ ਵਾਰਤਕ ਰਚਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਆਪਾਂ ਪੰਜਾਬੀ ਕਵਿਤਾ ਦਾ ਇਤਿਹਾਸ ਦੇ ਵਿੱਚ ਗੱਲ ਕਰਾਂਗੇ। ਕਾਵਿ ਪ੍ਰਵਰਤੀਆਂ ਦੇ ਆਧਾਰ ਤੇ ਇਹਦੇ 'ਚ ਦੇਖਾਂਗੇ ਵੀ ਕਿਹੜੀ ਕਾਵਿ ਪ੍ਰਵਰਤੀ ਮਤਲਬ ਰਹੀ ਹੈ। ਵੈਸੇ ਤਾਂ ਆਪਾਂ ਸਿੱਧਾ ਵੀ ਪੜ੍ਹ ਸਕਦੇ ਹਾਂ, ਇਹਨਾਂ ਨੂੰ ਕੋਈ ਦਿੱਕਤ ਨਹੀਂ, ਪਰ ਹੁਣ ਕੁਝ ਕੁ ਮੈਂ ਤੁਹਾਡੇ ਨਾਲ ਗੱਲਾਂ ਸ਼ੇਅਰ ਕਰੂੰਗਾ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਇਹ ਕਾਵਿ ਪ੍ਰਵਰਤੀਆਂ ਦੇ ਆਧਾਰ ਤੇ ਕਿਉਂ ਪੜ੍ਹਨਾ ਜ਼ਰੂਰੀ ਹੈ। ਵੀ ਵੈਸੇ ਤਾਂ ਆਪਾਂ ਕਵੀਆਂ ਦੇ ਨਾਵਾਂ ਦੇ ਆਧਾਰ ਤੇ ਸਾਹਿਤ ਪੜ੍ਹ ਸਕਦੇ ਹਾਂ। ਪਹਿਲਾਂ ਤੁਸੀਂ ਭਾਈ ਵੀਰ ਸਿੰਘ ਪੜ੍ਹ ਲਓ, ਫਿਰ ਤੁਸੀਂ ਪੂਰਨ ਸਿੰਘ ਪੜ੍ਹ ਲਓ, ਧਨੀ ਰਾਮ ਚਾਤਰਿਕ ਪੜ੍ਹ ਲਓ, ਨਾਲ ਪ੍ਰੋਫੈਸਰ ਮੋਹਨ ਸਿੰਘ ਪੜ੍ਹ ਲਓ, ਫਿਰ ਅੰਮ੍ਰਿਤਾ ਪ੍ਰੀਤਮ ਪੜ੍ਹ ਲਓ। ਇਸ ਤਰ੍ਹਾਂ ਕਰਕੇ ਪੜ੍ਹਨ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਪ੍ਰੀਤਮ ਸਿੰਘ ਸਫੀਰ, ਉਸ ਤੋਂ ਬਾਅਦ ਸੀਕਵਲ ਜਿਹਦੇ ਵਿੱਚ ਚੱਲਣਾ ਹੋਵੇ ਤਾਂ ਉਹਨਾਂ ਦੀ ਜਨਮ ਦੇ ਆਧਾਰ ਤੇ ਜਾਂ ਪਹਿਲੀ ਰਚਨਾ ਦੇ ਸੰਨ ਦੇ ਆਧਾਰ ਤੇ ਚੱਲਣਾ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ, ਚੱਲ ਸਕਦੇ ਹੋ। ਪਰ ਹੁਣ ਦੇਖੋ ਇੱਥੇ ਕੀ ਹੈ, ਕਿਉਂਕਿ ਸਭ ਤੋਂ ਪਹਿਲਾਂ ਪੰਜਾਬੀ ਕਵਿਤਾ ਹੈ ਜਿਹੜੀ ਉਹ ਜਦੋਂ ਆਪਣਾ ਆਧੁਨਿਕ ਪ੍ਰਵੇਸ਼ ਗ੍ਰਹਿਣ ਕਰਦੀ ਹੈ ਉਦੋਂ ਉਹਦੇ ਵਿੱਚ ਨਵ ਰਹੱਸਵਾਦੀ ਪ੍ਰਵਰਤੀ ਹੁੰਦੀ ਹੈ। ਰਹੱਸਵਾਦ ਤਾਂ ਹੁੰਦਾ ਹੈ ਪਰ ਨਵੇਂ ਤਰੀਕੇ ਦਾ ਹੁੰਦਾ ਹੈ। ਉਹਦੇ ਵਿੱਚ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਰਚਨਾ ਕਰਦੇ ਨੇ, ਪ੍ਰੋਫੈਸਰ ਪੂਰਨ ਸਿੰਘ, ਧਨੀ ਰਾਮ ਚਾਤਰਿਕ, ਪ੍ਰੀਤਮ ਸਿੰਘ ਸਫੀਰ। ਹੁਣ ਦੇਖੋ ਮੈਂ ਕਿਉਂ ਕਹਿਣਾ ਤੁਹਾਨੂੰ ਨਵ ਰਹੱਸਵਾਦੀ ਪ੍ਰਵਰਤੀ ਕਿਉਂ ਅਲੱਗ-ਅਲੱਗ ਹੁੰਦੀਆਂ ਕਈ ਚੀਜ਼ਾਂ। ਜਿਵੇਂ ਧਨੀ ਰਾਮ ਚਾਤਰਿਕ ਦਾ ਨਾਮ ਮੈਂ ਨਵ ਰਹੱਸਵਾਦੀ ਦੇ ਵਿੱਚ ਵੀ ਲਿਖ ਰੱਖਿਆ ਤੇ ਸਟੇਜੀ ਕਵਿਤਾ ਦੇ ਵਿੱਚ ਵੀ ਲਿਖ ਰੱਖਿਆ ਹੈ। ਉਵੇਂ ਤੁਸੀਂ ਦੇਖ ਲਓ ਜਿਵੇਂ ਕਿ ਪ੍ਰੋਫੈਸਰ ਮੋਹਨ ਸਿੰਘ ਦਾ ਨਾਮ ਰੋਮਾਂਸਵਾਦੀ ਪ੍ਰਵਰਤੀ ਦੇ ਵਿੱਚ ਵੀ ਆਉਂਦਾ ਹੈ, ਅੰਮ੍ਰਿਤਾ ਪ੍ਰੀਤਮ ਦੋਨਾਂ ਦਾ ਨਾਮ ਰੋਮਾਂਸਵਾਦੀ ਪ੍ਰਵਰਤੀ ਦੇ ਵਿੱਚ ਵੀ ਆ ਰਿਹਾ ਹੈ ਤੇ ਪ੍ਰਗਤੀਵਾਦੀ ਕਾਵਧਾਰਾ ਦੇ ਵਿੱਚ ਵੀ ਆ ਰਿਹਾ ਹੈ, ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ। ਹੁਣ ਨਵ ਰਹੱਸਵਾਦੀ ਦੇ ਵਿੱਚ ਪ੍ਰੀਤਮ ਸਿੰਘ ਸਫੀਰ ਦਾ ਨਾਮ ਆ ਗਿਆ, ਉਸ ਤੋਂ ਬਾਅਦ ਪ੍ਰਗਤੀਵਾਦੀ ਦੇ ਵਿੱਚ ਵੀ ਸਫੀਰ ਦਾ ਨਾਮ ਆ ਗਿਆ। ਇੱਥੇ ਰੋਮਾਂਸਵਾਦੀ ਪ੍ਰਵਰਤੀ ਦੇ ਵਿੱਚ ਬਾਵਾ ਬਲਵੰਤ ਦਾ ਨਾਮ ਆ ਗਿਆ, ਫਿਰ ਪ੍ਰਗਤੀਵਾਦੀ ਦੇ ਵਿੱਚ ਵੀ ਆ ਗਿਆ। ਕੀ ਹੈ ਕਿ ਇਹਨਾਂ ਦੀਆਂ ਬਹੁਤ ਸਾਰੀਆਂ ਕਾਵ ਸੰਗ੍ਰਹਿ, ਬਹੁਤ ਸਾਰੀਆਂ ਕਵਿਤਾ ਰਚਨਾਵਾਂ ਹਨ ਜਿਨ੍ਹਾਂ ਦੇ ਉੱਪਰ ਕੋਈ ਤਾਂ ਕਿਸੇ ਤਾਂ ਕਾਵ ਸੰਗ੍ਰਹਿ ਤੇ ਪ੍ਰਭਾਵ ਹੈ ਸਟੇਜੀ ਕਵਿਤਾ ਦਾ, ਕਿਸੇ ਤੇ ਰੋਮਾਂਸਵਾਦੀ ਪ੍ਰਵਰਤੀ ਦਾ, ਕਿਸੇ ਤੇ ਪ੍ਰਗਤੀਵਾਦੀ ਪ੍ਰਵਰਤੀ ਦਾ। ਸੋ ਉਹਨਾਂ ਦੀ ਜਿਹੜੀ ਕਾਵ ਸੰਗ੍ਰਹਿ ਹੈ ਉਹਦੇ ਆਧਾਰ ਤੇ ਪ੍ਰਵਰਤੀਆਂ ਦੇ ਵਿੱਚ ਇਸ ਨੂੰ ਵੰਡਿਆ ਜਾਂਦਾ ਹੈ। ਇਸ ਕਰਕੇ ਆਪਾਂ ਨੂੰ ਦੇਖੋ ਨਵ ਰਹੱਸਵਾਦੀ ਪ੍ਰਵਰਤੀ ਦੇ ਵਿੱਚ ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਧਨੀ ਰਾਮ ਚਾਤਰਿਕ ਤੇ ਪ੍ਰੀਤਮ ਸਿੰਘ ਸਫੀਰ, ਇਹਨਾਂ ਦੇ ਬਾਰੇ ਆਪਾਂ ਇਹਨਾਂ ਦੀਆਂ ਰਚਨਾਵਾਂ ਪੜ੍ਹਾਂਗੇ। ਫਿਰ ਸਟੇਜੀ ਕਵਿਤਾ, ਕਿਉਂਕਿ ਧਨੀ ਰਾਮ ਚਾਤਰਿਕ ਜੋ ਹੈ ਉਹ ਇੱਕ ਕਵਿਤਾ ਹੈ ਪਰ ਉਹ ਸਟੇਜੀ ਕਵੀ ਹੈ। ਸਟੇਜੀ ਕਵੀ ਮਤਲਬ ਆਪਣੀਆਂ ਕਵਿਤਾਵਾਂ ਨੂੰ ਸਟੇਜ ਤੇ ਲੋਕਾਂ ਸਾਹਮਣੇ ਪੇਸ਼ ਕਰਨ ਵਾਲਾ ਸਟੇਜੀ ਕਵੀ ਵੀ ਹੈ। ਉਹਦੇ ਵਿੱਚੋਂ ਇਹ ਆਪਾਂ ਜਿਹੜਾ ਇੱਕ ਲੈਂਦੇ ਹਾਂ, ਫਿਰੋਜ਼ਦੀਨ ਸਰਫ ਦਾ ਨਾਮ, ਧਨੀ ਰਾਮ ਚਾਤਰਿਕ ਤੇ ਸ਼ਿਵ ਕੁਮਾਰ ਬਟਾਲਵੀ। ਸ਼ਿਵ ਕੁਮਾਰ ਬਟਾਲਵੀ ਹੈ, ਇਹ ਸਟੇਜੀ ਕਵੀ ਵੀ ਹੈ ਕਿਉਂਕਿ ਇਹ ਕਵਿਤਾ ਗਾ ਕੇ ਵੀ ਸੁਣਾਉਂਦਾ। ਹੁਣ ਆ ਗਈ ਜੀ ਰੋਮਾਂਸਵਾਦੀ ਪ੍ਰਵਰਤੀ। ਇਹਨਾਂ ਪ੍ਰਵਰਤੀਆਂ ਦਾ ਜਿਹੜਾ ਹੈਗਾ ਵੀ ਇਹ ਪ੍ਰਵਰਤੀਆਂ ਹੁੰਦੀਆਂ ਕੀ ਚੀਜ਼ ਹੈ, ਇਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਗ੍ਰਹਿਣ ਕੀਤਾ ਜਾਂਦਾ ਹੈ, ਕਿਹੜੀਆਂ ਚੀਜ਼ਾਂ ਦਾ ਤਿਆਗ ਕੀਤਾ ਜਾਂਦਾ ਹੈ। ਪ੍ਰਵਰਤੀ ਇਹਦੇ ਵਿੱਚ ਆਪਾਂ ਨੂੰ ਪਤਾ ਕਿਵੇਂ ਲੱਗਦਾ ਹੈ ਕਿ ਆਹ ਜਿਹੜਾ ਕਵਿਤਾ ਸੰਗ੍ਰਹਿ ਉਹ ਇਸ ਪ੍ਰਵਰਤੀ ਨਾਲ ਸੰਬੰਧਿਤ ਹੈ। ਉਹ ਜਦੋਂ ਆਪਾਂ ਕਵਿਤਾ ਪੜ੍ਹਦੇ ਹਾਂ ਉਹਦੇ ਵਿਚਾਰਾਂ ਤੋਂ ਪਤਾ ਲੱਗਦਾ ਹੈ। ਅਤੇ ਇਹ ਵੀ ਸਾਡੀ ਜਿਹੜੀ ਪੁਸਤਕ ਹੈ RBSE ਬੋਰਡ +2 ਵਾਲੀ 12ਵੀਂ ਵਾਲੀ ਉਹਦੇ ਵਿੱਚ ਦੇ ਰੱਖਿਆ ਹੈ ਵੀ ਨਵ ਰਹੱਸਵਾਦੀ ਪ੍ਰਵਰਤੀ ਕਿਹਨੂੰ ਕਹਿੰਦੇ ਆ, ਸਟੇਜੀ ਕਵਿਤਾ ਕਿਹਨੂੰ ਕਹਿੰਦੇ ਆ, ਰੋਮਾਂਸਵਾਦੀ ਪ੍ਰਵਰਤੀ ਕਿਹਨੂੰ ਕਹਿੰਦੇ ਆ, ਪ੍ਰਗਤੀਵਾਦੀ ਕਾਵਿ ਪ੍ਰਵਰਤੀ ਕਿਹਨੂੰ ਕਹਿੰਦੇ ਆ। ਹੁਣ ਨਵ ਰਹੱਸਵਾਦੀ ਦੇ ਵਿੱਚ ਗੱਲ ਹੋ ਗਈ, ਸਟੇਜੀ ਕਵਿਤਾ ਦੇ ਵਿੱਚ, ਫਿਰ ਰੋਮਾਂਸਵਾਦੀ ਪ੍ਰਵਰਤੀ ਦੇ ਵਿੱਚ ਆਪਾਂ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਤੇ ਬਾਵਾ ਬਲਵੰਤ, ਇਹਨਾਂ ਤਿੰਨਾਂ ਦੀਆਂ ਰਚਨਾਵਾਂ ਆਪਾਂ ਦੇਖਾਂਗੇ ਵੀ ਕਿਹੜੇ-ਕਿਹੜੇ ਕਵਿਤਾ ਸੰਗ੍ਰਹਿ ਜਾਂ ਕਿਹੜੀਆਂ-ਕਿਹੜੀਆਂ ਕਵਿਤਾਵਾਂ ਦੇ ਉੱਪਰ ਰੋਮਾਂਸਵਾਦੀ ਕਾਵਿ ਪ੍ਰਵਰਤੀ ਦਾ ਪ੍ਰਭਾਵ ਹੈ। ਅਤੇ ਨਾਲ ਨਾਲ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਤੇ ਬਾਵਾ ਬਲਵੰਤ, ਇਹ ਖਾਸ ਕਰ ਇਹਨਾਂ ਤਿੰਨਾਂ ਦੀਆਂ ਤੇ ਆਪਾਂ ਇਹ ਤਿੰਨਾਂ ਦੀਆਂ ਕਵਿਤਾਵਾਂ ਤੇ ਜਾਂ ਕਵਿਤਾ ਸੰਗ੍ਰਹਿ ਤੇ ਇਹ ਵੀ ਵੇਖਾਂਗੇ ਕਿ ਕਿਹੜੀ-ਕਿਹੜੀ ਇਹਨਾਂ ਦੇ ਕਵਿਤਾ ਜਾਂ ਕਵਿਤਾ ਸੰਗ੍ਰਹਿ ਹੈ ਜਿਸ ਦੇ ਉੱਪਰ ਪ੍ਰਗਤੀਵਾਦੀ ਕਾਵਿ ਪ੍ਰਵਰਤੀ ਦਾ ਪ੍ਰਭਾਵ ਹੈ। ਉਸ ਤੋਂ ਬਾਅਦ ਪ੍ਰੀਤਮ ਸਿੰਘ ਸਫੀਰ ਦੀ ਵੀ ਗੱਲ ਕਰਾਂਗੇ, ਇਹਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਗੱਲ ਕਰਾਂਗੇ, ਉਹਦੇ ਨਾਲ ਸਭ ਕੁਝ ਕਲੀਅਰ ਹੋ ਜਾਊਗਾ ਕਿਉਂਕਿ ਇੱਥੇ ਪ੍ਰਸ਼ਨ ਬੜੇ ਖਤਰਨਾਕ ਬਣਾਉਂਦੇ ਆ ਐਗਜ਼ਾਮੀਨਰ। ਮਤਲਬ
ਬੜੇ ਪ੍ਰਸ਼ਨ ਵਧੀਆ ਲੱਭ ਕੇ ਚੁਣ ਕੇ ਬਣਾਉਂਦਾ ਤੇ ਇਹ ਪ੍ਰਸ਼ਨ ਤਾਂ ਆਮ ਕਰਕੇ ਸਧਾਰਨ ਹੋ ਗਏ ਹੁਣ ਵੀ ਇਹ ਜਿਹੜਾ ਕਾਵਿ ਸੰਗ੍ਰਹਿ ਕਿਹੜੀ ਪ੍ਰਵਰਤੀ ਨਾਲ ਸੰਬੰਧਿਤ ਹੈ, ਇਸ ਤਰ੍ਹਾਂ ਦੇ ਪ੍ਰਸ਼ਨ। ਸੋ ਇਹ ਸਾਰੇ ਆਪਾਂ ਧਿਆਨ 'ਚ ਰੱਖਣੇ ਆ। ਉਸ ਤੋਂ ਬਾਅਦ ਇੱਕ ਪ੍ਰਯੋਗਸ਼ੀਲ ਪ੍ਰਵਰਤੀ ਚੱਲਦੀ ਹੈ। ਪ੍ਰਯੋਗਸ਼ੀਲ, ਪ੍ਰਯੋਗ ਮਤਲਬ ਪ੍ਰਯੋਗ ਹੋਣਾ, ਨਵਾਂ ਪ੍ਰਯੋਗ ਕਰਨੇ। ਜੁਝਾਰਵਾਦੀ ਕਾਵਿ ਪ੍ਰਵਰਤੀ, ਜੁਝਾਰਵਾਦ ਦੇ ਵਿੱਚ ਆਪਾਂ ਅਵਤਾਰ ਸਿੰਘ ਪਾਸ਼ ਨੂੰ ਪੜ੍ਹਦੇ ਹਾਂ ਤੇ ਇੱਕ ਆਪਾਂ ਸੰਤ ਰਾਮ ਉਦਾਸੀ ਨੂੰ ਪੜ੍ਹਦੇ ਹਾਂ। ਸੋ ਇਹ ਹੋ ਸਕਦਾ ਸਾਡੇ ਸਿਲੇਬਸ ਦੇ ਵਿੱਚ ਨਾ ਹੋਣ, ਪਰ ਫਿਰ ਵੀ ਆਪਾਂ ਜੁਝਾਰਵਾਦੀ ਕਾਵਿ ਪ੍ਰਵਰਤੀ ਬਾਰੇ ਜਾਣਾਂਗੇ, ਕਿਉਂਕਿ ਮੰਨ ਲਓ ਆਪਾਂ ਨੂੰ ਕਾਵਿ ਪ੍ਰਵਰਤੀਆਂ ਦਾ ਪਤਾ ਹੋਵੇ ਤਾਂ ਪ੍ਰਸ਼ਨ ਸੋਲਵ ਕਰਨਾ ਸੌਖਾ ਹੋ ਜਾਂਦਾ। ਸੁਹਜਵਾਦੀ ਕਾਵਿ ਪ੍ਰਵਰਤੀ, ਹਰਭਜਨ ਸਿੰਘ, ਸੋਹਣ ਸਿੰਘ ਮੀਸ਼ਾ, ਸ਼ਿਵ ਕੁਮਾਰ ਬਟਾਲਵੀ ਤੇ ਤਾਰਾ ਸਿੰਘ ਕਾਮਿਲ, ਇਹ ਸਾਰੇ ਆਪਾਂ ਇੱਥੇ ਪੜ੍ਹਾਂਗੇ। ਸੈਕੰਡ ਗ੍ਰੇਡ ਸਿਲੇਬਸ ਦੇ ਵਿੱਚ ਤਾਰਾ ਸਿੰਘ ਨਾਮ ਦਿੱਤਾ ਹੋਊਗਾ, ਤਾਰਾ ਸਿੰਘ ਇਹ ਉਹੀ ਹੈ, ਤਾਰਾ ਸਿੰਘ ਕਾਮਿਲ। ਹੁਣ ਆ ਗਈ ਜੀ ਪੰਜਾਬੀ ਗਜ਼ਲ ਧਾਰਾ, ਇਸੇ ਦੇ ਵਿੱਚ ਚੱਲ ਰਹੀ ਹੈ ਪੰਜਾਬੀ ਇੱਕ ਗਜ਼ਲ ਧਾਰਾ ਵੀ ਚੱਲੂਗੀ। ਗਜ਼ਲਾਂ ਦੇ ਵਿੱਚ ਵੀ ਸਾਡੇ ਜਿਹੜੇ ਕਵੀ ਆ ਯੋਗਦਾਨ ਪਾਉਣਗੇ। ਫਿਰ ਪੰਜਾਬ ਸੰਕਟ ਸੰਬੰਧੀ ਕਵਿਤਾ, ਉਹਦੇ ਵਿੱਚ ਆਪਾਂ ਇੱਕ ਮਾਤਰ ਜਿਹੜਾ ਪ੍ਰਸਿੱਧ ਸ਼ਾਇਰ ਪੰਜਾਬੀ ਦਾ ਪੜ੍ਹਦੇ ਹਾਂ ਸੁਰਜੀਤ ਪਾਤਰ, ਉਹ ਪੰਜਾਬ ਸੰਕਟ ਸੰਬੰਧੀ ਕਵਿਤਾਵਾਂ ਦੇ ਵਿੱਚ ਆਪਾਂ ਸੁਰਜੀਤ ਪਾਤਰ ਦੀ ਸਾਰੀ ਚਰਚਾ ਕਰਾਂਗੇ। ਸਮਕਾਲੀ ਪੰਜਾਬੀ ਕਵਿਤਾ, ਕੁਝ ਪਾਕਿਸਤਾਨੀ ਪੰਜਾਬੀ ਕਵਿਤਾਵਾਂ ਰਚੀਆਂ ਜਾ ਰਹੀਆਂ ਸੀ, ਕੁਝ ਪ੍ਰਵਾਸੀ ਪੰਜਾਬੀ ਕਵਿਤਾ, ਕੈਨੇਡਾ ਅਮਰੀਕਾ 'ਚ ਰਹਿ ਰਹੇ ਜਿਹੜੇ ਪੰਜਾਬੀ ਕਵੀ ਨੇ ਉਹਨਾਂ ਦੇ ਬਾਰੇ, ਰਾਜਸਥਾਨੀ ਪੰਜਾਬੀ ਕਵਿਤਾ ਜੋ ਸਾਡੇ ਰਾਜਸਥਾਨ ਦੇ ਵਿੱਚ ਕੁਝ ਪ੍ਰਸਿੱਧ ਪੰਜਾਬੀ ਕਵੀ ਨੇ ਜੋ ਪੰਜਾਬੀ ਸਾਹਿਤ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਕਵਿਤਾਵਾਂ ਰਚ ਕੇ, ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ ਕਿਉਂਕਿ ਪੇਪਰ ਰਾਜਸਥਾਨ ਦੇ ਵਿੱਚ ਹੋਣਾ, ਇਸ ਕਰਕੇ ਰਾਜਸਥਾਨੀ ਪੰਜਾਬੀ ਕਵਿਤਾ ਆਪਾਂ ਜ਼ਰੂਰ ਪੜ੍ਹਾਂਗੇ। ਹੁਣ ਆ ਗਿਆ ਜੀ ਪੰਜਾਬੀ ਨਾਵਲ ਦਾ ਇਤਿਹਾਸ। ਆਧੁਨਿਕ ਕਾਲ ਦੀ ਆਪਾਂ ਗੱਲ ਕਰ ਰਹੇ ਹਾਂ। ਆਧੁਨਿਕ ਕਾਲ ਦੇ ਵਿੱਚ ਆਪਾਂ ਨਾਵਲ ਜਦੋਂ ਆਪਾਂ ਪੜ੍ਹਦੇ ਹਾਂ ਤੇ ਉਦੋਂ ਕਿਹੜੇ ਪੜ੍ਹਦੇ ਹਾਂ ਦੇਖ ਲਓ। ਇੱਕ ਆਪਾਂ ਨਾਨਕ ਸਿੰਘ ਪੜ੍ਹਦੇ ਹਾਂ ਸਭ ਤੋਂ ਪਹਿਲਾਂ, ਫਿਰ ਪ੍ਰੋਫੈਸਰ ਸੰਤ ਸਿੰਘ ਸੇਖੋਂ, ਫਿਰ ਆ ਜਾਂਦਾ ਸੁਰਿੰਦਰ ਸਿੰਘ ਨਰੂਲਾ, ਜਸਵੰਤ ਸਿੰਘ ਕਮਲ, ਗੁਰਦਿਆਲ ਸਿੰਘ, ਨਿਰੰਜਨ ਤਸਨੀਮ, ਦਲੀਪ ਕੌਰ ਟਿਵਾਣਾ, ਅਜੀਤ ਕੌਰ, ਰਾਮ ਸਰੂਪ ਅਣਖੀ। ਹੋਰ ਹੋ ਸਕਦਾ ਤੁਹਾਡੇ ਸਿਲੇਬਸ ਦੇ ਵਿੱਚ ਰਹਿ ਗਿਆ ਹੋਵੇ, ਉਹਦਾ ਨਾਮ ਵੀ ਇੱਥੇ ਐਡ ਕਰ ਲਿਓ। ਹੁਣ ਦੇਖੋ, ਇੱਕ ਮੈਂ ਤੁਹਾਨੂੰ, ਕਿਉਂਕਿ ਵਿਦਿਆਰਥੀਆਂ ਦੇ ਜਿਹੜੇ ਨਵੇਂ ਵਿਦਿਆਰਥੀ ਤਿਆਰੀ ਕਰ ਰਹੇ ਆ ਉਹਨਾਂ ਨੇ 1-2 ਵਾਰੀ ਇਹ ਵੀ ਸਵਾਲ ਕੀਤਾ, ਸਰ ਇੱਕ ਗੁਰਦਿਆਲ ਸਿੰਘ ਹੈ, ਇੱਕ ਪ੍ਰੋਫੈਸਰ ਗੁਰਦਿਆਲ ਸਿੰਘ ਲਿਖ ਰੱਖਿਆ, ਇੱਕ ਗੁਰਦਿਆਲ ਸਿੰਘ ਫੁੱਲ ਤੇ ਇੱਕ ਗੁਰਦਿਆਲ ਸਿੰਘ ਖੋਸਲਾ, ਇਹ ਕਹਿੰਦੇ ਵੀ ਸਰ ਕਿਵੇਂ? ਮੈਂ ਕਿਹਾ ਵੀ ਦੇਖੋ ਗੱਲ ਇੱਦਾਂ ਵੀ ਗੁਰਦਿਆਲ ਸਿੰਘ ਹੈ ਜਾਂ ਪ੍ਰੋਫੈਸਰ ਗੁਰਦਿਆਲ ਸਿੰਘ ਹੈ, ਇਹ ਤਾਂ ਇੱਕੋ ਹੀ ਬੰਦੇ ਆ ਦੋਨੋਂ, ਕਿਉਂਕਿ ਪੰਜਾਬੀ ਦੀ ਸਾਡੀ ਇੱਕ ਪੁਸਤਕ ਦੇ ਵਿੱਚ ਉਹਦਾ ਨਾਮ ਪ੍ਰੋਫੈਸਰ ਗੁਰਦਿਆਲ ਸਿੰਘ ਦਿੱਤਾ ਹੋਇਆ ਤੇ ਜਿੱਥੇ ਉਹਦੀ ਕਹਾਣੀ ਹੈ ਜਿਹੜੀ ਉਹ ਘੜੀ ਤਾਂ ਖਰਾਬ ਹੋ ਗਈ ਜਿਹੜੀ ਦੇ ਰੱਖੀ ਹੈ, ਉਹ ਜਿਹੜੀ ਹੈ ਉਹਦੇ ਵਿੱਚ ਪ੍ਰੋਫੈਸਰ ਗੁਰਦਿਆਲ ਸਿੰਘ ਲਿਖ ਰੱਖਿਆ। ਵੈਸੇ ਇਹਦਾ ਨਾਮ ਗੁਰਦਿਆਲ ਸਿੰਘ ਹੈ, ਸੋ ਇੱਕੋ ਹੀ ਗੱਲ ਹੈ, ਕੋਈ ਦਿੱਕਤ ਨਹੀਂ, ਇਹ ਉਹੋ ਹੀ ਬੰਦਾ ਗੁਰਦਿਆਲ ਸਿੰਘ ਜਿਹੜਾ ਮਤਲਬ ਪ੍ਰਸਿੱਧ ਨਾਵਲਕਾਰ ਹੋਇਆ। ਇਹਦੇ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ। ਗੁਰਦਿਆਲ ਸਿੰਘ ਮੜੀ ਦਾ ਦੀਵਾ ਨਾਵਲ ਵਾਲਾ ਜਿਹੜਾ। ਉਸ ਤੋਂ ਬਾਅਦ ਅੱਛਾ ਇਹ ਗੱਲ ਕਲੀਅਰ ਹੋ ਗਈ, ਗੁਰਦਿਆਲ ਸਿੰਘ ਫੁੱਲ ਤੇ ਗੁਰਦਿਆਲ ਸਿੰਘ ਖੋਸਲਾ ਇਹ ਦੋਨੋਂ ਜਿਹੜੇ ਹੈਗੇ ਆ ਇਹ ਨਾਟਕਕਾਰ ਨੇ, ਇਹ ਨਾਵਲਕਾਰ ਹੈ। ਗੁਰਦਿਆਲ ਸਿੰਘ ਤੇ ਪ੍ਰੋਫੈਸਰ ਗੁਰਦਿਆਲ ਸਿੰਘ ਇਹ ਨਾਵਲ ਤੇ ਕਹਾਣੀ ਲਿਖਦਾ ਹੈ। ਹੁਣ ਆ ਗਈ ਜੀ ਪੰਜਾਬੀ ਨਿੱਕੀ ਕਹਾਣੀ ਦਾ ਇਤਿਹਾਸ, ਜਾਂ ਨਿੱਕੀ ਕਹਾਣੀ ਕਹਿੰਦੇ ਇਹਨੂੰ ਅੱਜ ਕੱਲ੍ਹ, ਸ਼ਾਰਟ ਸਟੋਰੀ। ਗੁਰਬਖਸ਼ ਸਿੰਘ ਪ੍ਰੀਤ ਲੜੀ, ਗੁਰਮੁਖ ਸਿੰਘ ਮੁਸਾਫਰ, ਸੰਤ ਸਿੰਘ ਸੇਖੋਂ। ਸੰਤ ਸਿੰਘ ਸੇਖੋਂ ਆਪਾਂ ਨਾਵਲ ਦੇ ਵਿੱਚ ਵੀ ਰੱਖਿਆ ਤਾਂ ਇੱਧਰ ਵੀ ਰੱਖਤਾ ਨਿੱਕੀ ਕਹਾਣੀ ਦੇ ਵਿੱਚ ਵੀ, ਚਲੋ ਕੋਈ ਨਹੀਂ, ਹੋ ਸਕਦਾ ਵੀ ਨਾਟਕਾਂ ਦੇ ਵਿੱਚ ਵੀ ਇਹਦਾ ਨਾਂ ਨਾਟਕਾਂ 'ਚ ਹੀ ਦਿੱਤਾ ਹੋਵੇ ਜਾਂ ਕਹਾਣੀ ਦੇ ਵਿੱਚ ਨਾ ਦਿੱਤਾ ਹੋਵੇ ਜਾਂ ਨਾਵਲਾਂ ਦੇ ਵਿੱਚ ਨਾ ਦਿੱਤਾ ਹੋਵੇ, ਉਸ ਹਿਸਾਬ ਨਾਲ ਦੇਖ ਲਿਓ ਤੁਸੀਂ। ਬਾਕੀ ਚਰਚਾ ਸੰਤ ਸਿੰਘ ਸੇਖੋਂ ਤੇ ਆਪਾਂ ਨੂੰ ਕਰਨੀ ਪੈਣੀ ਹੈ। ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਸੰਤੋਖ ਸਿੰਘ ਧੀਰ ਪ੍ਰਸਿੱਧ ਕਹਾਣੀਕਾਰ ਹੈ। ਇਹ ਜਦੋਂ ਪ੍ਰਵੇਸ਼ ਕਰਦੇ ਆ ਪੰਜਾਬੀ ਕਹਾਣੀ ਦੇ ਵਿੱਚ, ਕਰਤਾਰ ਸਿੰਘ ਦੁੱਗਲ, ਸੰਤੋਖ ਸਿੰਘ ਧੀਰ, ਕੁਲਵੰਤ ਸਿੰਘ ਵਿਰਕ, ਗੁਰਬਚਨ ਸਿੰਘ ਭੁੱਲਰ, ਇਹਨਾਂ ਦੇ ਨਾਲ ਪੰਜਾਬੀ ਕਹਾਣੀ ਹੈ ਜਿਹੜੀ ਇੱਕ ਨਵੇਂ ਸਰੂਪ ਨੂੰ ਗ੍ਰਹਿਣ ਕਰਦੀ ਹੈ। ਪ੍ਰੇਮ ਪ੍ਰਕਾਸ਼, ਵਰਿਆਮ ਸਿੰਘ ਸੰਧੂ, ਗੁਰਦੇਵ ਸਿੰਘ ਰੁਪਾਣਾ, ਇਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ ਨਿੱਕੀ ਕਹਾਣੀ ਦੇ ਇਤਿਹਾਸ ਦੇ ਵਿੱਚ। ਉਸ ਤੋਂ ਬਾਅਦ ਆ ਗਿਆ ਜੀ ਪੰਜਾਬੀ ਨਾਟਕ ਦਾ ਇਤਿਹਾਸ। ਨਾਟਕਾਂ ਦੇ ਵਿੱਚ ਆਪਾਂ ਕਿਹੜੇ ਪੜ੍ਹਦੇ ਹਾਂ? ਸਭ ਤੋਂ ਪਹਿਲਾਂ ਤਾਂ ਆਪਾਂ ਪੜ੍ਹਦੇ ਹਾਂ ਈਸ਼ਵਰ ਚੰਦਰ ਨੰਦਾ ਨੂੰ, ਜਿਹਦਾ 1913 ਦੇ ਵਿੱਚ ਦੁਲਹਨ ਜਾਂ ਸੁਹਾਗ ਇਕਾਂਗੀ ਤੋਂ ਰਚਨਾ ਸ਼ੁਰੂ ਹੁੰਦੀ ਹੈ। ਹਰਚਰਨ ਸਿੰਘ, ਬਲਵੰਤ ਗਾਰਗੀ, ਸੁਰਜੀਤ ਸਿੰਘ ਸੇਠੀ, ਕਪੂਰ ਸਿੰਘ ਘੁੰਮਣ, ਹਰਸ਼ਰਨ ਸਿੰਘ, ਗੁਰਚਰਨ ਸਿੰਘ ਜਸੂਜਾ, ਅਮਰੀਕ ਸਿੰਘ, ਆਤਮਜੀਤ, ਅਜਮੇਰ ਸਿੰਘ ਔਲਖ, ਚਰਨਦਾਸ ਸਿੱਧੂ, ਗੁਰਸ਼ਰਨ ਸਿੰਘ, ਇਹ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਹੈ। ਤੁਹਾਡੇ ਸਿਲੇਬਸ ਦੇ ਵਿੱਚ ਵੀ ਦੇ ਰੱਖੇ ਆ। ਇਨ ਕੇਸ ਕੋਈ ਇੱਥੇ ਨਹੀਂ ਲਿਖਿਆ ਹੋਇਆ ਉਹਨੂੰ ਵੀ ਇੱਥੇ ਐਡ ਕਰ ਲਿਓ ਨਾਲ। ਹੁਣ ਆ ਗਿਆ ਜੀ ਪੰਜਾਬੀ ਵਾਰਤਕ ਦਾ ਇਤਿਹਾਸ। ਵਾਰਤਕ ਦੇ ਵਿੱਚ ਦੇਖੋ ਕਿਹੜੀਆਂ ਚੀਜ਼ਾਂ ਚੱਲ ਰਹੀਆਂ, ਨਿਬੰਧ, ਜੀਵਨੀ, ਸਵੈ ਜੀਵਨੀ, ਸਫ਼ਰਨਾਮਾ ਤੇ ਰੇਖਾ ਚਿੱਤਰ।
ਰੇਖ ਚਿੱਤਰ ਨਹੀਂ, ਰੇਖਾ ਚਿੱਤਰ। ਇਹ ਸਾਰੇ ਵਾਰਤਕ ਦੇ ਰੂਪ ਨੇ। ਨਿਬੰਧ ਦੇ ਵਿੱਚ ਆਪਾਂ ਪੜ੍ਹਦੇ ਹਾਂ ਸ਼ਰਧਾ ਰਾਮ ਫਿਲੌਰੀ, ਜਿਹੜਾ ਆਪਾਂ ਉੱਥੇ ਪਰਿਵਰਤਨ ਕਾਲ ਦੇ ਵਿੱਚ ਦੇਖਿਆ ਸੀ, ਤੇਜਾ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਲਾਲ ਸਿੰਘ ਕਮਲਾ ਅਕਾਲੀ, ਗੁਰਬਖਸ਼ ਸਿੰਘ ਪ੍ਰੀਤਲੜੀ, ਪ੍ਰੋਫੈਸਰ ਸਾਹਿਬ ਸਿੰਘ ਬਾਰੇ ਗੱਲ ਕਰਾਂਗੇ, ਗੁਰਮੁਖ ਸਿੰਘ ਮੁਸਾਫਰ। ਉਸ ਤੋਂ ਬਾਅਦ ਜਿਵੇਂ ਬਹੁਤ ਸਾਰੇ ਲੇਖਕਾਂ ਨੇ, ਬਹੁਤ ਸਾਰੇ ਲੇਖਕਾਂ ਦੀਆਂ ਅੱਗੇ ਜੀਵਨੀਆਂ ਲਿਖੀਆਂ, ਜਿਵੇਂ ਪ੍ਰਸਿੱਧ ਜਿਹੜੀਆਂ ਸ਼ਖਸੀਅਤਾਂ ਉਹਨਾਂ ਦੀਆਂ ਜੀਵਨੀਆਂ ਬਾਰੇ ਵੀ ਗੱਲ ਕਰਾਂਗੇ। ਛਿੱਟ-ਪੁੱਟ ਜਿਹੜੀਆਂ ਹੈਗੀਆਂ ਸਵੈ ਜੀਵਨੀਆਂ ਲਿਖੀਆਂ ਬਹੁਤ ਸਾਰਿਆਂ ਨੇ। ਪ੍ਰਿੰਸੀਪਲ ਤੇਜਾ ਸਿੰਘ ਦੀ ਜਿਹੜੀ ਇੱਕ ਪ੍ਰਸਿੱਧ ਸਵੈ ਜੀਵਨੀ ਆ ਆਰਸੀ, ਹੱਥ ਕੰਗਣ ਨੂੰ ਆਰਸੀ ਕੀ ਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ। ਸਫ਼ਰਨਾਮਾ, ਸਫ਼ਰਨਾਮਾ ਮਤਲਬ ਆਪਣੀ ਜੀਵਨ ਯਾਤਰਾ ਕਿਤੇ ਕੀਤੀ ਹੈ ਯਾਤਰਾ, ਤੇ ਉਹਦੇ ਬਾਰੇ ਆਪਾਂ ਜਿਹੜਾ ਉਹ ਵੀ ਵੇਖਾਂਗੇ ਆਪਾਂ ਕਿ ਉਹਦੇ ਵਿੱਚੋਂ ਬਲਰਾਜ ਸਾਹਨੀ ਜਿਹੜਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਲਾਲ ਸਿੰਘ ਕਮਲਾ ਅਕਾਲੀ ਆਪਣੇ, ਇਹਦੇ ਬਾਰੇ ਵੀ ਹੈ ਨਾ, ਇਹ ਸਾਰਾ ਆਪਾਂ ਇਹ ਚੀਜ਼ਾਂ ਦੇ ਬਾਰੇ ਦੇਖਾਂਗੇ। ਤੇ ਰੇਖਾ ਚਿੱਤਰ ਬਾਰੇ ਵੀ ਆਪਾਂ ਇਹਦੇ ਵਿੱਚ ਹੀ ਵਿਚਾਰ ਚਰਚਾ ਕਰਾਂਗੇ। ਸੋ ਇਹਦੇ ਵਿੱਚ ਵਾਰਤਕ ਦੇ ਵਿੱਚ ਹੋ ਸਕਦਾ ਬਹੁਤ ਸਾਰੇ ਲੇਖਕਾਂ ਦੇ ਨਾਮ ਮੈਂ ਨਾ ਲਿਖੇ ਹੋਣ, ਪਰ ਉਹ ਇੱਥੇ ਹੀ ਐਡਜਸਟ ਹੋਣਗੇ, ਕਿਉਂਕਿ ਬਹੁਤ ਸਾਰੇ ਲੇਖਕ ਐਵੇਂ ਦੇ ਨੇ ਜਿਨ੍ਹਾਂ ਨੇ ਨਿਬੰਧ ਵੀ ਲਿਖਿਆ ਹੈ, ਜੀਵਨੀ ਵੀ, ਸਫ਼ਰਨਾਮਾ ਵੀ। ਆਪਾਂ ਉਹਨਾਂ ਦੇ ਬਾਰੇ ਇੱਕ ਸਾਂਝੀ ਵਿਚਾਰ ਚਰਚਾ ਕਰ ਲਾਂਗੇ। ਹੁਣ ਮੈਨੂੰ ਯਕੀਨ ਹੈ ਵੀ ਜਿਹੜਾ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲ ਵੰਡ ਹੈ ਨਾ, ਇਹ ਤੁਹਾਡੇ ਜ਼ਰੂਰ ਇੱਕ ਰੂਪ ਰੇਖਾ ਮਾਈਂਡ ਦੇ ਵਿੱਚ ਬਣ ਗਈ ਹੋਵੇਗੀ, ਇਹ ਮੈਨੂੰ ਉਮੀਦ ਹੈ। ਕਿਉਂਕਿ ਇਸ ਵੀਡੀਓ 'ਤੇ ਇਹਦੇ 'ਤੇ ਬੜਾ ਮਤਲਬ ਆ ਰਿਹਾ ਸੀ ਬੱਚਿਆਂ ਨੂੰ, ਜਿਹੜੇ ਖਾਸ ਕਰ ਨਿਊ ਜਿਹੜੇ ਹੈਗੇ ਆ ਫਰੈਸ਼ਰ ਸਟੂਡੈਂਟ ਆ, ਉਹ ਬੜਾ ਕਹਿ ਰਹੇ ਸੀ ਕਿ ਸਰ ਸਾਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਕਿਵੇਂ ਪੜ੍ਹੀਏ। ਹੁਣ ਮੈਨੂੰ ਉਮੀਦ ਆ ਵੀ ਪੜ੍ਹਨ ਦਾ ਤਰੀਕਾ ਜਿਹੜਾ ਇਹ ਤੁਹਾਨੂੰ ਸਮਝ 'ਚ ਆ ਗਿਆ ਹੋਊਗਾ। ਇਹ ਮੇਰੀ ਰਾਈਟਿੰਗ ਚਲੋ ਜਿਵੇਂ ਦੀ ਹੈਗੀ ਹੈ ਠੀਕ ਹੈ, ਪਰ ਇਹਦੀ PDF ਮੈਂ ਤੁਹਾਨੂੰ ਭੇਜ ਦੂੰਗਾ, ਕੋਈ ਦਿੱਕਤ ਨਹੀਂ, ਤੁਹਾਨੂੰ ਮਿਲ ਜਾਏਗੀ ਇਸ PDF ਜਿਹੜੀ ਹੈਗੀ ਹੈ PDF ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ। ਇਸ ਦੀ ਮੈਂ ਟੀਮ ਦੇ ਜਿਹੜੇ ਹੈਗੇ ਸਾਡੇ ਟੀਮ ਮੈਂਬਰ, ਸਾਡੀ ਟੈਕਨੀਕਲ ਟੀਮ ਆ, ਉਹਨਾਂ ਨੂੰ ਮੈਂ ਕਹਿ ਦੂੰਗਾ ਕਿ ਇਹ ਜਿਹੜੀ PDF ਆ ਇਹ ਤੁਸੀਂ ਪਾ ਦਿਓ। ਤੇ ਜਲਦੀ ਹੀ ਇਹ ਸਿਲੇਬਸ ਦੇ ਨਾਲ ਸੰਬੰਧਿਤ ਵੀਡੀਓ ਲੈ ਕੇ ਸਾਡੀ ਸੰਤਵੀਰ ਸਰ ਐਪ ਤੇ ਮਿਲਦੇ ਹਾਂ ਜੀ। ਸਤਿ ਸ੍ਰੀ ਅਕਾਲ।